फर्क देखते पे हैं। प्रभु दे नाल रिश्ता और प्रभु दे नाल धर्म। इंग्लिश दे विच जे इसनूं कहना होवे वो हैगा कि रिलीजन विद गॉड एंड रिलेशन विद गॉड। प्रभु दे विच असीं की साडा धर्म आ कि की साडा रिश्ता, और दोनों चों किहड़ी चीज़ आ जिहड़ी सानूं प्रभु दी नज़दीकी दे विच लैके जांदी आ, इस धरती ते भी और आने वाले समय दे विच भी। क्योंकि जिहड़ा साडा इस धरती ते भी जिहड़ा साडा साडी जिहड़ी सरैनिटी है, जिहड़ी साडी सोच समझ आ, ओह उस तरीके दे नाल काम करदी आ जिथे साडी इटर्निटी, जिथे साडा सदीपक छुपिया हुंदा। साडी अज दी जिहड़ी सोच आ वो साडी कल दी जिथे असीं जा रहे हैं, जो साडा टीचा आ, जो साडा सदीपक आ, अज दी जिंदगी असीं उहदे हिसाब दे नाल जीने आ जे सानूं उहदा पता होवे। जे सानूं उहदा नहीं पता ते जिहड़ी अज दी जिहड़ी जिंदगी आ ये असीं बिल्कुल बिल्कुल साडी वखरे किस्म दी हुंदी आ, वखरे किस्म की असीं जिंदगी जीउने आ। सो इन्हां चीज़ां नूं असीं देखदे पए आ। असीं दो एग्जाम्पलां देखदे पए आ, बहुत वड्डियां वड्डियां। अब्राहम दी एग्जाम्पल देखदे पए आ, पर उस दे नाल नाल ही असीं प्रभु दियां लोकां दी ਜਿਹੜੇ ਜਿਹੜੇ इजराइल ਦੀ ਜਿਹੜੀ कौम ਸੀ, ਉਹਦੀਆਂ ਜਿਹੜੀਆਂ ਸੰਤਾਨਾਂ ਸੀ, ਉਹਨਾਂ ਦੀ ਜ਼ਿੰਦਗੀ ਨੂੰ ਅਸੀਂ ਦੇਖਦੇ ਪਏ ਹਾਂ। ਔਰ ਦੋਨਾਂ ਦੇ ਵਿੱਚ ਅਸੀਂ ਫਰਕ ਦੇਖਾਂਗੇ ਔਰ ਉੱਥੋਂ ਸਿੱਟਾ ਇਹ ਨਿਕਲੇਗਾ ਕਿ ਸਾਨੂੰ ਜ਼ਿੰਦਗੀ ਕਿਸ ਤਰ੍ਹਾਂ ਦੀ ਜੀਣੀ ਚਾਹੀਦੀ ਹੈ ਔਰ ਕਿਉਂ। ਇਹ ਨਹੀਂ ਕਿ ਕਿੱਦਾਂ ਦੀ ਜੀਣੀ ਚਾਹੀਦੀ ਹੈ ਕਿ ਥੋਪ ਦਿੱਤੀ ਜਾਵੇ, ਇਹ ਥੋਪਣ ਵਾਲੀ ਗੱਲ ਨਹੀਂ ਹੈਗੀ। ਕਿਉਂ ਸਾਨੂੰ ਉਦਾਂ ਦੀ ਜ਼ਿੰਦਗੀ ਜੀਣੀ ਚਾਹੀਦੀ ਆ ਔਰ ਸਾਡੀ ਉਹਦੇ ਵਿੱਚ ਸਾਡਾ ਮਦਦਗਾਰ ਕੌਣ ਆ, ਸਾਡਾ ਉਸ ਦੇ ਵਿੱਚ ਸਿਖਾਉਣ ਵਾਲਾ ਕੌਣ ਆ, ਸਾਡਾ ਉਸ ਦੇ ਵਿੱਚ ਇਹ ਸਿਖਾਉਣ ਵਾਲਾ ਮੈਂ ਨਹੀਂ ਉਹਦੇ ਵਿੱਚ, ਕਿਉਂਕਿ ਅਸੀਂ ਤਾਂ ਇੱਕ ਘੰਟਾ ਪ੍ਰਭੂ ਦਾ ਵਚਨ ਸਿੱਖ ਲਿਆ, ਲੇਕਿਨ ਨਹੀਂ ਇਸ ਨੂੰ ਜਿਹੜਾ ਇਸ ਨੂੰ ਅੱਗੇ ਲੈ ਕੇ ਜਾਣਾ ਉਹ ਜਿਹੜੀ ਤਾਕਤ ਆ ਉਹ ਪ੍ਰਭੂ ਦੀ ਪਵਿੱਤਰ ਆਤਮਾ ਹੈ, ਉਹ ਸਾਨੂੰ 24/7 ਲੈ ਕੇ ਚੱਲਦੀ ਆ। ਉਹ ਤੁਹਾਨੂੰ ਜਿਹੜਾ ਇੱਥੇ ਇਹ ਇੱਕ ਘੰਟੇ ਦੇ ਲਈ ਪ੍ਰਭੂ ਦੇ ਵਚਨ ਚ ਲੈ ਕੇ ਆਇਆ, ਪ੍ਰਭੂ ਦਾ ਆਤਮਾ ਲੈ ਕੇ ਆਇਆ, ਮੈਂ ਨਹੀਂ ਲੈ ਕੇ ਆਇਆ। ਸੋ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਅਸੀਂ ਤੀਸਰੇ ਚੈਪਟਰ ਨੂੰ ਦੇਖਣਾ। ਸੋ ਅਸੀਂ ਆਲਰੇਡੀ ਇਸ ਦੀਆਂ 10 ਆਇਤਾਂ ਦੇਖ ਚੁੱਕੇ ਹਾਂ, ਲੇਕਿਨ ਆਓ ਪਹਿਲਾਂ ਇਸ ਦੀਆਂ 1 ਤੋਂ ਲੈ ਕੇ 14 ਆਇਤ ਤੱਕ ਜਿਸ ਨੂੰ ਮਿਲ ਜਾਏ ਉਸ ਨੂੰ ਪੜ੍ਹਦੇ। ਤੀਸਰਾ ਚੈਪਟਰ ਗਲਤੀਆਂ ਦਾ 340 पेज नवीं बाइबल जो तुहाडे कोल पंजाबी दियां, ते इसदा 1 तो लैके 14 तक जिस नूं मिल जाए उस नूं पढ़ना पास्टर जी। व्यवस्था या विश्वास। हे मूर्ख गलातियो, तुहाडे उपर किसने जादू कर दिता है? तुहानूं मसीह दी सलीबी मौत दे बारे इस तरह साफ-साफ दस्सिया गया सी जिवें कि ये सब कुछ तुहाडीआं अखां दे सामने होया है। ਤੁਸੀਂ ਮੈਨੂੰ ਕੇਵਲ ਇੱਕ ਗੱਲ ਦਾ ਉੱਤਰ ਦਿਓ, ਕੀ ਤੁਸੀਂ ਪਵਿੱਤਰ ਆਤਮਾ ਨੂੰ ਵਿਵਸਥਾ ਦੇ ਕੰਮਾਂ ਦੁਆਰਾ ਪ੍ਰਾਪਤ ਕੀਤਾ ਹੈ ਜਾਂ ਸ਼ੁਭ ਸਮਾਚਾਰ ਨੂੰ ਸੁਣ ਕੇ ਅਤੇ ਵਿਸ਼ਵਾਸ? ਹਾਂਜੀ, ਅੱਛਾ ਕੀ ਪੜ੍ਹਦੇ ਚਲੋ, ਕੋਈ ਨਹੀਂ। ਕੀ ਤੁਸੀਂ ਪਵਿੱਤਰ ਆਤਮਾ ਨੂੰ ਵਿਵਸਥਾ ਦੇ ਕੰਮਾਂ ਦੁਆਰਾ ਪ੍ਰਾਪਤ ਕੀਤਾ ਹੈ ਜਾਂ ਸ਼ੁਭ ਸਮਾਚਾਰ ਨੂੰ ਸੁਣ ਕੇ ਅਤੇ ਵਿਸ਼ਵਾਸ ਕਰਕੇ? ਕੀ ਤੁਸੀਂ ਇੰਨੇ ਹੀ ਮੂਰਖ ਹੋ? ਤੁਸੀਂ ਪਵਿੱਤਰ ਆਤਮਾ ਦੇ ਰਾਹੀਂ ਨਵਾਂ ਜੀਵਨ ਸ਼ੁਰੂ ਕੀਤਾ ਸੀ, ਫਿਰ ਕੀ ਹੁਣ ਤੁਸੀਂ ਉਸੇ ਨੂੰ ਆਪਣੀ ਤਾਕਤ ਨਾਲ ਪੂਰਨ ਕਰੋਗੇ? ਕੀ ਤੁਹਾਡੇ ਸਭ ਵੱਡੇ ਅਨੁਭਵ ਵਿਅਰਥ ਸਨ? ਇਸ ਤੋਂ ਇਹ ਹੀ ਸਿੱਧ ਹੁੰਦਾ ਹੈ ਪਰਮੇਸ਼ਵਰ ਨੇ ਬਹੁਤਾਤ ਨਾਲ ਤੁਹਾਨੂੰ ਪਵਿੱਤਰ ਆਤਮਾ ਦਿੱਤਾ ਅਤੇ ਤੁਹਾਡੇ ਵਿੱਚ ਵਿਚਿੱਤਰ ਕੰਮ ਕੀਤੇ ਸਨ। ਕੀ ਇਹ ਸਭ ਤੁਹਾਡੀਆਂ ਵਿਵਸਥਾ ਦੀਆਂ ਮੰਗਾਂ ਪੂਰੀਆਂ ਕਰਨ ਨਾਲ ਹੋਇਆ ਹੈ ਜਾਂ ਸ਼ੁਭ ਸਮਾਚਾਰ ਨੂੰ ਸੁਣ ਅਤੇ ਉਸ ਤੇ ਵਿਸ਼ਵਾਸ ਕਰਨ ਨਾਲ? ਧਰਮ ਗ੍ਰੰਥ ਦੱਸਦਾ ਹੈ ਅਬਰਾਹਾਮ ਨੇ ਪਰਮੇਸ਼ਵਰ ਤੇ ਵਿਸ਼ਵਾਸ ਕੀਤਾ ਅਤੇ ਇਸ ਕਾਰਨ ਉਸ ਨੂੰ ਪਰਮੇਸ਼ਵਰ ਨੇ ਉਚਿਤ ਠਹਿਰਾਇਆ। ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਨਾਲ ਸਮਝੋ ਕਿ ਅਬਰਾਹਾਮ ਦੀ ਅਸਲੀ ਸੰਤਾਨ ਉਹੀ ਹਨ ਜੋ ਵਿਸ਼ਵਾਸ ਕਰਦੇ ਹਨ। ਧਰਮ ਗ੍ਰੰਥ ਨੇ ਪਹਿਲਾਂ ਹੀ ਦੇਖ ਲਿਆ ਸੀ ਕਿ ਪਰਮੇਸ਼ਵਰ ਦੂਜੀਆਂ ਕੌਮਾਂ ਨੂੰ ਵਿਸ਼ਵਾਸ ਦੇ ਦੁਆਰਾ ਉਚਿਤ ਠਹਿਰਾਏਗਾ। ਇਸ ਲਈ ਧਰਮ ਗ੍ਰੰਥ ਵਿੱਚ ਅਬਰਾਹਾਮ ਨੂੰ ਪਹਿਲਾਂ ਹੀ ਇਹ ਸ਼ੁਭ ਸਮਾਚਾਰ ਦਿੱਤਾ ਗਿਆ, ਤੇਰੇ ਦੁਆਰਾ ਪਰਮੇਸ਼ਵਰ ਸਭ ਕੌਮਾਂ ਨੂੰ ਅਸੀਸ ਦੇਵੇਗਾ। ਇਸ ਲਈ ਉਹ ਸਭ ਜੋ ਵਿਸ਼ਵਾਸ ਕਰਦੇ ਹਨ
ਅਬਰਾਹਾਮ ਜਿਸ ਨੇ ਵਿਸ਼ਵਾਸ ਕੀਤਾ ਉਸ ਦੇ ਨਾਲ ਉਸੇ ਦੀ ਤਰ੍ਹਾਂ ਅਸੀਸ ਪ੍ਰਾਪਤ ਕਰਨਗੇ। ਉਹ ਸਭ ਜੋ ਵਿਵਸਥਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ ਸ਼ਰਾਪ ਦੇ ਹੇਠਾਂ ਹਨ, ਕਿਉਂਕਿ ਧਰਮ ਗ੍ਰੰਥ ਕਹਿੰਦਾ ਹੈ, ਜੋ ਕੋਈ ਵਿਵਸਥਾ ਦੀ ਪੁਸਤਕ ਵਿੱਚ ਲਿਖੀ ਹੋਈ ਹਰ ਗੱਲ ਨੂੰ ਪੂਰਾ ਨਹੀਂ ਕਰਦਾ ਉਹ ਸ਼ਰਾਪ ਹੇਠਾਂ ਹੈ। ਇਸ ਤੋਂ ਇਹ ਸਾਫ਼ ਪ੍ਰਗਟ ਹੈ ਕਿ ਕੋਈ ਵਿਵਸਥਾ ਦੇ ਦੁਆਰਾ ਪਰਮੇਸ਼ਵਰ ਦੇ ਸਾਹਮਣੇ ਉਚਿਤ ਨਹੀਂ ਠਹਿਰਦਾ, ਕਿਉਂਕਿ ਧਰਮ ਗ੍ਰੰਥ ਕਹਿੰਦਾ ਹੈ, ਉਹ ਜੋ ਪਰਮੇਸ਼ਵਰ ਦੇ ਸਾਹਮਣੇ ਉਚਿਤ ਠਹਿਰ ਚੁੱਕਾ ਹੈ ਵਿਸ਼ਵਾਸ ਦੇ ਦੁਆਰਾ ਜੀਵੇਗਾ। ਪਰ ਵਿਵਸਥਾ ਅਤੇ ਵਿਸ਼ਵਾਸ ਵਿੱਚ ਆਪਸੀ ਕੋਈ ਸੰਬੰਧ ਨਹੀਂ ਹੈ। ਇਸ ਬਾਰੇ ਧਰਮ ਗ੍ਰੰਥ ਕਹਿੰਦਾ ਹੈ, ਜੋ ਵਿਵਸਥਾ ਦੀਆਂ ਗੱਲਾਂ ਨੂੰ ਪੂਰਾ ਕਰੇਗਾ ਉਹ ਇਹਨਾਂ ਦੇ ਦੁਆਰਾ ਜੀਵੇਗਾ। ਪਰ ਮਸੀਹ ਨੇ ਸਾਨੂੰ ਵਿਵਸਥਾ ਦੇ ਸ਼ਰਾਪ ਤੋਂ ਮੁਕਤ ਕਰ ਦਿੱਤਾ ਹੈ। ਉਸਨੇ ਸਾਡਾ ਉਹ ਸ਼ਰਾਪ ਆਪਣੇ ਉੱਤੇ ਲੈ ਲਿਆ ਹੈ, ਕਿਉਂਕਿ ਧਰਮ ਗ੍ਰੰਥ ਕਹਿੰਦਾ ਹੈ, ਸਲੀਬ ਤੇ ਚੜਾਇਆ ਜਾਣ ਵਾਲਾ ਹਰ ਕੋਈ ਸ਼ਰਾਪੀ ਠਹਿਰਦਾ ਹੈ। ਉਸਨੇ ਇਹ ਸਭ ਇਸ ਤਰ੍ਹਾਂ ਕੀਤਾ ਕਿ ਅਬਰਾਹਾਮ ਵਾਲੀ ਅਸੀਸ ਯਿਸੂ ਦੇ ਦੁਆਰਾ ਹੋਰਨਾਂ ਕੌਮਾਂ ਨੂੰ ਵੀ ਮਿਲੇ ਅਤੇ ਅਸੀਂ ਵਿਸ਼ਵਾਸ ਦੇ ਦੁਆਰਾ ਪ੍ਰਤਿਗਿਆ ਕੀਤੀ ਹੋਈ ਪਵਿੱਤਰ ਆਤਮਾ ਦਾ ਦਾਨ ਪ੍ਰਾਪਤ ਕਰੀਏ। ਆਮੇਨ। ਪ੍ਰਭੂ ਜੀ, ਇਸ ਵਚਨ ਤੋਂ ਸਾਨੂੰ ਤੂੰ ਬਰਕਤ ਦੇਈਂ ਔਰ ਇਸ ਦੇ ਨਾਲ ਅਸੀਂ ਆਪਣੀ ਆਤਮਾ ਨੂੰ ਖੁਰਾਕ ਦੇ ਸਕੀਏ। ਦੇਖੋ, ਜਿਸ ਵੇਲੇ ਅਸੀਂ ਗਲਤੀਆਂ ਦੇ ਤੀਸਰੇ ਭਾਗ ਦੇ ਵਿੱਚ ਪਿਛਲੇ ਹਫ਼ਤੇ ਜਾਂ ਸੰਡੇ ਅਸੀਂ ਦੇਖਦੇ ਪਏ ਸੀਗੇ, ਅਸੀਂ ਇਸ ਦੇ ਵਿੱਚ ਦੇਖਿਆ ਕਿ ਉਸਨੇ ਬਹੁਤ ਸਾਰੇ ਗਲਤੀਆਂ ਨੂੰ ਸਵਾਲ ਪੁੱਛੇ। ਮੁਸੀਬਤ ਕੀ ਇੱਥੇ ਖੜੀ ਹੋ ਗਈ ਆ? ਮੁਸੀਬਤ ਇੱਥੇ ਇਹ ਖੜੀ ਹੋ ਗਈ ਆ ਕਿ ਜਿਹੜੇ ਬਹੁਤ ਸਾਰੇ ਧਰਮ ਗ੍ਰੰਥੀ, ਸਦੂਕੀ ਤੇ ਫਰੀਸੀ ਜਿਹੜੇ ਆ ਉਹ ਪ੍ਰਭੂ ਦੇ ਵਿੱਚ ਆ ਗਏ ਆ, ਲੇਕਿਨ ਉਹਨਾਂ ਦਾ ਮੰਦਿਰ ਦੇ ਉੱਤੇ ਰਾਜ ਸੀ। ਸੋ ਉਹ ਇੱਥੇ ਵੀ ਆਪਣਾ ਹੀ ਰਾਜ ਕਾਇਮ ਕਰਨਾ ਮੰਗਦੇ। ਰਾਜ ਉਹਨਾਂ ਦਾ ਕਿੱਦਾਂ ਚੱਲਦਾ ਸੀ? ਡਰ ਦੇ ਨਾਲ ਉਹ ਆਪਣਾ ਉੱਥੇ ਲੋਕਾਂ ਨੂੰ ਡਰਾ ਕੇ ਆਪਣਾ ਰਾਜ ਚਲਾ ਰਹੇ ਸੀ। ਲੇਕਿਨ ਉੱਥੇ ਲੋਕਾਂ ਦੇ ਕੋਲ ਉਹ ਬੋਲਡਨੈਸ ਹੈ ਨਹੀਂ ਸੀ ਕਿ ਉਹਨਾਂ ਦੇ ਸਾਹਮਣੇ ਉਹ ਬੋਲ ਸਕਣ। ਜਿਸ ਤਰ੍ਹਾਂ ਕਿ ਅਸੀਂ ਅੰਨੇ ਦੀ ਉਹ ਕਹਾਣੀ ਪੜ੍ਹੀ ਸੀਗੀ ਕਿ ਅੰਨਾ ਜਿਹੜਾ ਪ੍ਰਭੂ ਨੇ ਉਸਨੂੰ ਅੱਖਾਂ ਦੇ ਦਿੱਤੀਆਂ ਔਰ ਸਾਰੇ ਉਸਨੂੰ ਪੁੱਛਦੇ ਪਏ ਆ ਕਿ ਤੈਨੂੰ ਕਿੱਦਾਂ ਮਿਲੀਆਂ। ਉਸਨੇ ਕਿਹਾ ਕਿ ਯਿਸੂ ਨਾਂ ਦਾ ਇੱਕ ਆਦਮੀ ਆਇਆ, ਉਸਨੇ ਮੈਨੂੰ ਕਿਹਾ, ਉਸਨੇ ਮਿੱਟੀ ਗੁੰਦ ਕੇ ਮੇਰੀਆਂ ਅੱਖਾਂ ਦੇ ਵਿੱਚ ਪਾਈ, ਉਸਨੇ ਕਿਹਾ ਜਾ ਕੇ ਤੋਲਾ, ਮੈਂ ਦੇਖਦਾ ਹੋਇਆ ਵਾਪਸ ਆਇਆ। ਹੁਣ ਸਾਰਿਆਂ ਇਸ ਚੀਜ਼ ਨੂੰ ਸਾਬਤ ਕਰਨ ਦੇ ਉੱਤੇ ਹੋਏ ਹੋਆ ਕਿ ਤੂੰ ਯਿਸੂ ਦਾ ਨਾਮ ਨਾ ਲੈ, ਤੂੰ ਇਹ ਕਹਿ ਕਿ ਰੱਬ ਨੇ ਮੇਰੀਆਂ ਅੱਖਾਂ ਠੀਕ ਕਰ ਦਿੱਤੀਆਂ, ਬਸ ਠੀਕ ਆ। ਔਰ ਈਵਨ ਜਿਸ ਵੇਲੇ ਉਹ ਸਭਾ ਦੇ ਸਾਹਮਣੇ ਪੇਸ਼ ਹੋਇਆ, ਉੱਥੇ ਸਾਰੇ ਹੰਨਾ ਵਗੈਰਾ ਸਾਰੇ ਬੈਠੇ ਹੋ, ਜਿਹੜੇ ਉਸ ਸਮੇਂ ਦੇ ਜਿਹੜੇ ਹਾਈ ਪ੍ਰੀਸਟ ਆ ਔਰ ਵਟਐਵਰ, ਉਹ ਸਾਰੇ ਉੱਥੇ ਬੈਠੇ ਹੋ ਔਰ ਉਹ ਉਸਨੂੰ ਪੁੱਛਦੇ ਪਏ ਆ ਕਿ ਤੂੰ ਕਿੱਦਾਂ ਠੀਕ ਹੋਇਆ? ਉਹ ਕਹਿੰਦਾ, ਮੈਂ ਕਿੰਨੀ ਵਾਰੀ ਤੁਹਾਨੂੰ ਦੱਸਾਂ, ਮੈਂ ਤੁਹਾਨੂੰ ਦੱਸ ਤਾਂ ਚੁੱਕਾ ਕਿ ਯਿਸੂ ਨਾਂ ਦੇ ਇੱਕ ਆਦਮੀ ਨੇ ਮੇਰੀਆਂ ਅੱਖਾਂ 'ਚ ਮਿੱਟੀ ਲਾਈ, ਮੈਨੂੰ ਕਿਹਾ ਜਾ ਕੇ ਤੋਲਾ, ਮੈਂ ਦੇਖਦਾ ਹੋਇਆ ਵਾਪਸ ਮੁੜ ਕੇ ਆਇਆ। ਕਹਿੰਦੇ ਉਹਨੂੰ ਨਾ ਕਹਿ ਕਿਉਂਕਿ ਉਹ ਇੱਕ ਪਾਪੀ ਇਨਸਾਨ ਆ। ਕਹਿੰਦਾ ਬੜੀ ਸੋਹਣੀ ਗੱਲ ਆ ਕਿ ਅੱਜ ਤੱਕ ਧਰਮ ਗ੍ਰੰਥ ਦੇ ਵਿੱਚ ਅਸੀਂ ਕਦੀ ਸੁਣਿਆ ਨਹੀਂ ਸੀ ਕਿ ਕਿਸੇ ਨੇ ਜਨਮ ਦੇ ਅੰਨੇ ਦੀਆਂ ਅੱਖਾਂ ਖੋਲ ਦਿੱਤੀਆਂ ਹੋਣ ਜਾਂ ਜਨਮ ਦੇ ਅੰਨੇ ਨੂੰ ਅੱਖਾਂ ਦੇ ਦਿੱਤੀਆਂ ਹੋਣ। ਜਿਹੜਾ ਸ਼ਬਦ ਅਸਲ ਦੇ ਵਿੱਚ ਇਸ ਤਰ੍ਹਾਂ ਹੁੰਦਾ, ਉਹ ਜਿਹੜੀ ਸ਼ਬਦਾਵਲੀ ਉਹ ਸਾਨੂੰ ਇਹ ਦੱਸਦੀ ਕਿ ਉਹਦੀਆਂ ਅੱਖਾਂ ਦੇ ਵਿੱਚ ਡੇਲੇ ਨਹੀਂ ਸੀ ਔਰ ਪ੍ਰਭੂ ਨੇ ਉਸਨੂੰ ਡੇਲੇ ਦਿੱਤੇ ਔਰ ਆਈਬਾਲਸ ਉਸਨੂੰ ਮਿਲੇ ਔਰ ਇਸ ਕਰਕੇ ਉਸਨੇ ਇਹ ਚੀਜ਼ ਕਹੀ ਆ ਕਿ ਜਨਮ ਤੋਂ ਜਿਹੜਾ ਅੱਖਾਂ ਤੋਂ ਬਗੈਰ ਪੈਦਾ ਹੋਇਆ ਉਸਨੂੰ ਉਸਨੇ ਅੱਖਾਂ ਦੇ ਦਿੱਤੀਆਂ ਔਰ ਤੁਸੀਂ ਉਸਨੂੰ ਅਧਰਮੀ ਕਹਿੰਦੇ। ਤੇ ਉਹ ਕਹਿੰਦੇ ਕਿ ਤੁਸੀਂ ਕਹਿੰਦਾ ਬਾਰ-ਬਾਰ, ਫਿਰ ਕਹਿੰਦਾ ਤੁਸੀਂ ਤਾਂ ਪੁੱਛਦੇ ਕਿ ਹੁਣ ਤੁਸੀਂ ਉਹਦੇ ਚੇਲੇ ਬਣਨਾ ਮੰਗਦੇ ਹੋ? ਕਹਿੰਦੇ ਅਸੀਂ ਤਾਂ ਮੂਸਾ ਦੇ ਚੇਲੇ ਆ। ਹੁਣ ਇੱਥੋਂ ਸਾਨੂੰ ਗਾਂਹ ਜਾ ਕੇ ਪਤਾ ਲੱਗੇਗਾ, ਅਸੀਂ ਤਾਂ ਮੂਸਾ ਦੇ ਚੇਲੇ, ਤੂੰ ਉਸਦਾ ਚੇਲਾ ਹੋਏਗਾ ਕਿਉਂਕਿ ਤੂੰ ਪਾਪਾਂ ਦੇ ਵਿੱਚ ਪੈਦਾ ਹੋਇਆ ਔਰ ਤੂੰ ਪਾਪਾਂ ਦੇ ਵਿੱਚ ਮਰਨਾ। ਉਹਦੇ ਮਾਂ-ਬਾਪ ਨੂੰ ਪੁੱਛਿਆ, ਉਹਦੇ ਮਾਂ-ਬਾਪ ਨੂੰ ਚੁੱਪ ਕਰਕੇ ਇੱਕ ਪਾਸੇ ਖੜੇ ਹੋ ਗਏ। ਕਹਿੰਦੇ ਸਾਨੂੰ ਇੰਨਾ ਪਤਾ ਕਿ ਇਹ ਜੰਮਿਆ ਤਾਂ ਅੰਨਾ ਸੀਗਾ, ਪਰ ਇਹਦੀਆਂ ਅੱਖਾਂ ਠੀਕ ਕਿੱਦਾਂ ਹੋਈਆਂ ਸਾਨੂੰ ਨਹੀਂ ਪਤਾ, ਤੁਸੀਂ ਇਹਨੂੰ ਪੁੱਛੋ। ਉੱਥੋਂ ਕੀ ਪਤਾ ਲੱਗਦਾ ਕਿ ਇਹਨਾਂ ਸਦੂਕੀਆਂ, ਧਰਮ ਗ੍ਰੰਥੀਆਂ ਨੇ, ਜਿਹੜੇ ਫਰੀਸੀਆਂ ਨੇ, ਜਿਹੜੇ ਲੋਕ ਸੀ, ਉਹ ਡਰਾ ਕੇ ਰੱਖੇ ਹੋ ਸੀ। ਉਹ ਕੁਰਸੀ ਸੰਭਾਲ ਕੇ ਬੈਠੇ ਹੋ ਸੀ ਮੂਸਾ ਦੀ।
ਔਰ ਲੋਕ ਉਹਨਾਂ ਤੋਂ ਡਰਦੇ ਸੀ। ਇੱਥੇ ਚਰਚ ਵਿੱਚ ਆ ਕੇ ਵੀ ਉਹ ਉਹੀ ਚੀਜ਼ ਕਰਨੀ ਮੰਗਦੇ ਸੀ ਜਿਹੜੀ ਹੋਈ ਨਹੀਂ। ਕਿਉਂਕਿ ਜਿਸ ਵੇਲੇ ਅਸੀਂ ਚੇਲਿਆਂ ਦੇ ਕਿਤਾਬ 15ਵਾਂ ਚੈਪਟਰ ਪਿਛਲੀ ਵਾਰੀ ਪੜ੍ਹਿਆ ਸੀ, ਉਸ ਦੇ ਵਿੱਚ ਉਹਨਾਂ ਨੇ ਇਹ ਸਵਾਲ ਉਠਾਇਆ ਜਿਸਲੇ ਪੌਲ ਤੇ ਪਤਰਸ ਤੇ ਸਾਰੇ ਜਾਣੇ ਇਕੱਠੇ ਹੋਏ। ਉਹਨਾਂ ਨੇ ਦੱਸਿਆ ਕਿ ਐਂਟੀਓਕ ਦੇ ਵਿੱਚ ਬਹੁਤ ਸਾਰੇ, ਅੰਤਕਿਆ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਆ ਉਹ ਪ੍ਰਭੂ ਦੇ ਕੋਲ ਆਏ ਆ। ਪ੍ਰਭੂ ਨੇ ਉਹਨਾਂ ਨੂੰ ਸਾਡੇ ਵਾਂਗੂ ਪਵਿੱਤਰ ਆਤਮਾ ਦਿੱਤੀ ਆ, ਔਰ ਅਸੀਂ ਇਹ ਨਹੀਂ ਮੰਗਦੇ ਕਿ ਉਹਨਾਂ ਦੇ ਉੱਤੇ ਕੋਈ ਹੋਰ ਭਾਰ ਲੱਦਿਆ ਜਾਏ। ਉਹਨਾਂ ਨੇ ਫਟਾਫਟ ਕਹਿਤਾ ਕਿ ਨਹੀਂ, ਉਹਨਾਂ ਨੂੰ ਪਹਿਲਾਂ ਵਿਵਸਥਾ ਦਾ ਮੰਨਣਾ ਜ਼ਰੂਰੀ ਆ, ਉਹ ਫਿਰ ਮਸੀਹੀ ਬਣ ਸਕਦੇ। ਕਹਿਣ ਦਾ ਕੀ ਮਤਲਬ ਕਿ ਤੁਸੀਂ ਸਾਡੀ ਰੋਟੀ ਨਾ ਸਾਡੇ ਕੋਲੋਂ ਖੋਵੋ, ਸਾਡੀ ਰੋਟੀ ਨਾ ਸਾਡੇ ਕੋਲ ਖੋਵੋ। ਉਹ ਲੋਕ ਇੱਥੇ ਆ ਚੁੱਕੇ ਹੋ ਆ, ਇਹਨਾਂ ਦਾ ਉਹਨਾਂ ਨੇ ਆ ਕੇ ਮਨ ਭਰਮਾਤਾ, ਇਹਨਾਂ ਨੂੰ ਵਿਵਸਥਾ ਦੀਆਂ ਕੰਮਾਂ ਚ ਪਾਤਾ। ਜਿਸਲੇ ਪੌਲੁਸ ਨੂੰ ਪਤਾ ਲੱਗਾ ਤਾਂ ਉਸਨੇ ਇਹ ਜਿਹੜਾ ਖਤ ਲਿਖਦਾ ਪਿਆ, ਇਹ ਉਹਨਾਂ ਨੂੰ ਲਿਖਦਾ ਪਿਆ। ਔਰ ਉਹ ਵਿਚਾਰੇ ਭੋਲੇ ਭਾਲੇ ਲੋਕ ਆ। ਕੌਣ? ਲੁਦੀਆ ਤੇ ਉਸਦਾ ਖਾਨਦਾਨ, ਉਹ ਬੇਟੀ ਜਿਹੜੀ ਜਿਹਦੇ ਤੇ ਭੂਤ ਦਾ ਆਤਮਾ ਸੀਗਾ ਉਹ ਆ, ਉਸਨੂੰ ਪ੍ਰਭੂ ਨੇ ਸਹੀ ਕੀਤਾ, ਕੈਦੀ ਆ। ਉਹ ਜਿਹੜਾ ਹੈਗਾ ਆ ਜੇਲਰ ਆ ਤੇ ਉਹਦਾ ਖਾਨਦਾਨ ਆ ਸਾਰਾ, ਉਹੀ ਲੋਕ ਆ। ਔਰ ਪਲੱਸ ਉਸ ਤੋਂ ਬਾਅਦ ਜਿਹੜੇ ਹੋਰ ਪ੍ਰਭੂ ਦੇ ਵਿੱਚ ਆਏ ਆ, ਉਹਨਾਂ ਨੂੰ ਇਹਨਾਂ ਨੇ ਜੀ ਜਾ ਕੇ ਭੌਂਚਲ ਦੇ ਵਿੱਚ ਪਾ ਲਿਆ। ਹੁਣ ਜਿਸਲੇ ਪੌਲ ਨੂੰ ਪਤਾ ਲੱਗਾ, ਪੌਲ ਨੇ ਇਹਨਾਂ ਨੂੰ ਮੁੜ ਕੇ ਇਹ ਖਤ ਵਿੱਚ ਦੱਸਦਾ ਪਿਆ ਕਿ ਤੁਸੀਂ ਕਿਉਂ ਬੇਵਕੂਫ ਬਣੇ ਹੋ। ਤੁਹਾਨੂੰ ਪ੍ਰਭੂ ਨੇ ਰਿਸ਼ਤਾ ਦਿੱਤਾ ਤੇ ਤੁਸੀਂ ਉਹਦੇ ਵਿੱਚੋਂ ਹੁਣ ਧਰਮ ਲੱਭਦੇ ਪਏ। ਤੁਹਾਨੂੰ ਉਸਨੇ ਰਿਲੇਸ਼ਨ ਦਿੱਤਾ ਆਪਣੇ ਨਾਲ, ਤੁਸੀਂ ਰਿਲੀਜਨ ਲੱਭਦੇ ਪਏ ਹੋ। ਇਹ ਸਾਰਾ ਕੁਝ ਜੋ ਕੁਝ ਤੁਹਾਡੇ ਵਿੱਚ ਹੋਇਆ, ਇਹ ਹੋਇਆ ਇਸ ਕਰਕੇ ਕਿ ਤੁਸੀਂ ਵਿਵਸਥਾ ਰੱਖੀ ਹੈ, ਤੁਸੀਂ ਧਰਮ ਰੱਖਿਆ ਤਾਂ ਕਰਕੇ ਹੋਈ। ਤੁਹਾਨੂੰ ਤਾਂ ਮੂਸਾ ਦੇ ਧਰਮ ਦਾ ਕੋਈ ਪਤਾ ਹੀ ਨਹੀਂ ਸੀਗਾ। ਤੁਹਾਨੂੰ ਜਿਹੜੀਆਂ ਚੀਜ਼ਾਂ ਪਵਿੱਤਰ ਉਹਦੇ ਵਿੱਚ ਦੱਸੀਆਂ ਖਾਣੀਆਂ ਤੇ ਨਹੀਂ ਖਾਣੀਆਂ, ਤੁਹਾਨੂੰ ਉਹਨਾਂ ਦਾ ਕੱਖ ਨਹੀਂ ਪਤਾ, ਤੁਹਾਨੂੰ ਦਿਨਾਂ ਦਾ ਕੱਖ ਨਹੀਂ ਪਤਾ। 10 ਲਾ ਤਾਂ ਇੱਕ ਆ, 360 ਦੂਸਰੇ ਆ, 370 ਸਾਰੇ ਰਲ ਕੇ ਬਣ ਗਏ। ਗਾਂ 3600 ਉਹਨਾਂ ਨੇ ਆਪਣਾ ਬਣਾਇਆ ਸੀਗਾ। ਤੁਹਾਨੂੰ ਉਹਨਾਂ ਚੀਜ਼ਾਂ ਦਾ ਕੁਝ ਵੀ ਨਹੀਂ ਪਤਾ। ਤੁਸੀਂ ਇਸ ਚੀਜ਼ ਦੇ ਵਿੱਚ ਕਿੱਦਾਂ ਫਸ ਗਏ? ਤੁਸੀਂ ਇਹ ਮੂਰਖਤਾ ਆਪਣੇ ਆਪ ਦੇ ਉੱਤੇ ਕਿਉਂ ਲਈ ਆ? ਕਿ ਤੁਸੀਂ ਦੇਖੋ, ਉਸਨੇ ਬੜੇ ਸਿੱਧੇ ਜਿਹੇ ਸਵਾਲ ਕੀਤੇ ਆ। ਦੂਸਰੀ ਆਇਤ ਤੋਂ ਸਵਾਲ ਸ਼ੁਰੂ ਹੋ ਜਾਂਦੇ ਉਸ ਤੇ। ਤੁਸੀਂ ਮੈਨੂੰ ਕੇਵਲ ਇੱਕ ਗੱਲ ਦਾ ਉੱਤਰ ਦਿਓ, ਕੀ ਤੁਸੀਂ ਪਵਿੱਤਰ ਆਤਮਾ ਨੂੰ ਵਿਵਸਥਾ ਦੇ ਕੰਮਾਂ ਦੇ ਦੁਆਰਾ ਪ੍ਰਾਪਤ ਕੀਤਾ ਜਾਂ ਸ਼ੁਭ ਸਮਾਚਾਰ ਨੂੰ ਸੁਣ ਕੇ ਅਤੇ ਵਿਸ਼ਵਾਸ ਕਰਕੇ? ਸੋ ਇੱਕ ਚੀਜ਼ ਨੂੰ ਅਸੀਂ ਪੂਰੀ ਕਰਦੇ ਪਏ ਹਾਂ, ਦੂਜੀ ਨੂੰ ਅਸੀਂ ਸੁਣਦੇ ਪਏ ਹਾਂ। ਕੀ ਤੁਸੀਂ ਇੰਨੇ ਹੀ ਮੂਰਖ ਹੋ? ਤੁਸੀਂ ਪਵਿੱਤਰ ਆਤਮਾ ਦੇ ਰਾਹੀਂ ਨਵਾਂ ਜੀਵਨ ਸ਼ੁਰੂ ਕੀਤਾ ਸੀ, ਫਿਰ ਕੀ ਤੁਸੀਂ ਉਸ ਨੂੰ ਆਪਣੀ ਤਾਕਤ ਦੇ ਨਾਲ ਪੂਰਾ ਕਰੋਗੇ? ਇਹਦਾ ਕੀ ਮਤਲਬ? ਵਿਵਸਥਾ ਸਾਨੂੰ ਆਪਣੀ ਤਾਕਤ ਨਾਲ ਪੂਰਾ ਕਰਨੀ ਪੈਂਦੀ ਹੈ। ਵਿਵਸਥਾ ਅਸੀਂ ਕਦੀ ਵੀ ਪ੍ਰਭੂ ਦੇ ਨੇਮ ਦੇ ਨਾਲ, ਪ੍ਰਭੂ ਦੀ ਤਾਕਤ ਨਹੀਂ ਉੱਥੋਂ ਮਿਲਦੀ ਸਾਨੂੰ। ਉਸਨੇ ਹੁਕਮ ਦੇ ਦਿੱਤੇ, ਉਹ ਚੱਲਣਾ ਹੁਣ ਸਾਡਾ ਕੰਮ। ਜਿਹੜੇ ਉਸਨੇ ਹੁਕਮ ਦਿੱਤੇ ਉਹੀ ਆਪਣੇ ਆਪ ਦੇ ਵਿੱਚ ਬਹੁਤ ਆ। ਯਹੂਦੀਆਂ ਦਾ ਇਹ ਕਹਿਣਾ ਸੀਗਾ ਕਿ ਯਾਹਵੇ ਨੇ ਜਿਹੜਾ ਸਾਡੇ ਨਾਲ ਉਹ ਬੋਲਿਆ ਪਹਾੜ ਤੋਂ, ਉਨਾ ਹੀ ਬਹੁਤ ਆ, ਉਹੀ ਬਹੁਤ ਆ। ਉਸ ਤੋਂ ਬਾਅਦ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਅਗਲੇ ਉਸਦੇ ਸਵਾਲ ਦੇਖਦੇ ਪਏ। ਕਹਿੰਦਾ ਤੁਹਾਡੇ ਵਿੱਚ ਇੰਨੇ ਵੱਡੇ ਵੱਡੇ ਕੰਮ ਹੋਏ, ਕਿਉਂ? ਇਸ ਕਰਕੇ ਹੋਏ ਕਿ ਤੁਸੀਂ ਵਿਵਸਥਾ ਰੱਖੀ, ਤੇ ਇਸ ਕਰਕੇ ਤੁਹਾਡੇ ਵਿੱਚ ਸ਼ੁਭ ਸਮਾਚਾਰ ਸੁਣਾਇਆ ਗਿਆ। ਯਾਨੀ ਕਿ ਉਹ ਪਾਗਲ ਲੜਕੀ ਜਿਹੜੀ ਆ, ਪਾਗਲ ਵਿਚਾਰੀ ਨੂੰ ਕਿਉਂ ਕਹਿਣਾ, ਜਿਹੜੀ ਉਹ ਆਤਮਾ ਦੇ ਵਿੱਚ ਜਕੜੀ ਹੋਈ ਸੀਗੀ, ਉਸ ਨੂੰ ਪ੍ਰਭੂ ਨੇ ਰਾਜੀ ਕੀਤਾ। ਫਿਰ ਭੁਚਾਲ ਆਇਆ, ਔਰ ਭੁਚਾਲ ਵੀ ਵੱਖਰੇ ਕਿਸਮ ਦਾ ਸੀ, ਜਿਸਨੇ ਸਾਰੀਆਂ ਚੇਨਾਂ ਖੋਲਤੀਆਂ, ਦਰਵਾਜ਼ੇ ਖੋਲਤੇ। ਔਰ ਉਸ ਤੋਂ ਬਾਅਦ ਤੁਸੀਂ ਉਹ ਸਾਰੀਆਂ ਚੀਜ਼ਾਂ ਆਪਣੇ ਵਿੱਚ ਹੁੰਦੀਆਂ ਦੇਖੀਆਂ। ਉਹ ਇਸ ਕਰਕੇ ਹੋਈਆਂ ਤੁਹਾਡੇ ਵਿੱਚ ਕਿ ਤੁਸੀਂ ਵਿਵਸਥਾ ਰੱਖੀ ਸੀ। ਔਰ ਹਰੇਕ ਚੀਜ਼ ਦਾ ਜਿਹੜਾ ਜਵਾਬ ਹੈ ਉਹ ਹੈ ਨਹੀਂ, ਨਹੀਂ, ਨਹੀਂ। ਔਰ ਉਸ ਤੋਂ ਬਾਅਦ ਕਿਉਂਕਿ ਅਸੀਂ ਸੁਣਿਆ ਤੇ ਵਿਸ਼ਵਾਸ ਕੀਤਾ, ਅਸੀਂ ਸੁਣਿਆ ਤੇ ਵਿਸ਼ਵਾਸ ਕੀਤਾ। ਔਰ ਵਿਸ਼ਵਾਸ ਕਰਨ ਦੇ ਨਾਲ, ਕਿਉਂਕਿ ਪੁੱਤਰ ਦੇ ਉੱਤੇ ਵਿਸ਼ਵਾਸ ਕੀਤਾ,
ਇਸ ਕਰਕੇ ਸਾਨੂੰ ਪੁੱਤਰ ਦੀ ਉਹ ਬਰਕਤ ਮਿਲੀ ਜਿਹੜੀ ਉਹ ਲੈ ਕੇ ਆਇਆ, ਕਿਉਂਕਿ ਵਿਵਸਥਾ ਤਾਂ ਮੂਸਾ ਦੇ ਰਾਹੀਂ ਆਈ, ਪਰ ਕਿਰਪਾ ਤੇ ਦਇਆ ਯਸੂ ਦੇ ਰਾਹੀਂ ਆਇਆ। ਇਹ ਪ੍ਰਭੂ ਦਾ ਵਚਨ ਸਾਨੂੰ ਦੱਸਦਾ। ਅਸੀਂ ਉੱਥੇ ਜਾਵਾਂਗੇ ਕੋਈ ਨਹੀਂ, ਲੇਕਿਨ ਹੁਣ ਅਸੀਂ ਉਸ ਤੋਂ ਬਾਅਦ ਅਬਰਾਹਮ ਦੀ ਇੱਕ ਐਗਜ਼ਾਮਪਲ ਦੇਖੀ ਕਿ ਅਬਰਾਹਮ ਦੇ ਬਾਰੇ ਉਹਨਾਂ ਨੇ ਦੱਸਿਆ ਕਿ ਅਬਰਾਹਮ ਨੂੰ ਜਿਹੜਾ ਪ੍ਰਾਪਤ ਹੋਇਆ ਉਹ ਇਸ ਕਰਕੇ ਪ੍ਰਾਪਤ ਹੋਇਆ ਕਿ ਉਸਨੇ ਵਿਵਸਥਾ ਰੱਖੀ। ਵਿਵਸਥਾ ਤਾਂ ਮਿਲੀ ਵੀ ਨਹੀਂ ਸੀ ਹਾਲੇ, ਵਿਵਸਥਾ ਤਾਂ ਜਾ ਕੇ ਮੂਸਾ ਦੇ ਵੇਲੇ ਮਿਲੀ ਸੀ। ਆਨਸਰ ਆ ਨਹੀਂ। ਉਸਨੇ ਉਹ ਬਰਕਤ ਜਿਹੜੀ ਪ੍ਰਾਪਤ ਕੀਤੀ, ਜਿਹੜੀ ਅਸੀਂ ਪਿਛਲੀ ਵਾਰੀ ਪੜ੍ਹੀਆਂ ਸੀਗੀਆਂ, 3 ਬਰਕਤਾਂ ਅਸੀਂ ਪੜ੍ਹੀਆਂ ਸੀਗੀਆਂ, 3 ਹਿੱਸਿਆਂ ਤੋਂ ਅਸੀਂ ਪੜ੍ਹਿਆ ਸੀਗਾ। ਅਸੀਂ ਜੈਨੇਸਿਸ 12 ਤੋਂ ਪੜ੍ਹਿਆ ਸੀ, 15 ਤੋਂ ਉਤਪਤ ਦਾ 12ਵਾਂ ਭਾਵ, ਉਤਪਤ ਦਾ 15ਵਾਂ ਭਾਵ, ਉਤਪਤ ਦਾ 17ਵਾਂ ਭਾਵ ਪੜ੍ਹਿਆ ਸੀ। ਔਰ ਉਹਦੇ ਵਿੱਚ ਅਸੀਂ ਇਹ ਦੇਖਿਆ ਸੀ ਕਿ ਤਿੰਨਾਂ ਹੀ ਜਗ੍ਹਾਵਾਂ ਤੇ ਉਸਨੇ ਵਿਸ਼ਵਾਸ ਕੀਤਾ, ਤਿੰਨਾਂ ਜਗ੍ਹਾਵਾਂ ਤੇ ਉਸਨੇ ਵਿਸ਼ਵਾਸ ਕੀਤਾ। ਔਰ ਉਹਦੇ ਵਿਸ਼ਵਾਸ ਦੇ ਕਰਕੇ ਪ੍ਰਭੂ ਨੇ ਉਸਨੂੰ ਐਡੀ ਵੱਡੀ ਬਰਕਤ ਦਿੱਤੀ। ਪ੍ਰਭੂ ਨੇ ਉਸਨੂੰ ਸੰਤਾਨ ਦੀ ਵੀ ਬਰਕਤ ਦਿੱਤੀ ਔਰ ਸੰਤਾਨਾਂ ਦੀ ਬਰਕਤ ਵੀ ਦਿੱਤੀ। ਔਰ ਸੰਤਾਨਾਂ ਦੇ ਲਈ ਜੋ ਕੁਛ ਉਸਨੇ ਰੱਖਿਆ ਸੀਗਾ, ਪ੍ਰਭੂ ਨੇ ਉਹ ਸਾਰੀਆਂ ਚੀਜ਼ਾਂ ਇਸ ਧਰਤੀ ਤੇ ਜਿਹੜੀਆਂ ਕਹੀਆਂ ਸੀਗੀਆਂ ਉਹ ਸਾਰੀਆਂ ਦੀਆਂ ਸਾਰੀਆਂ ਦਿੱਤੀਆਂ। ਔਰ ਅੱਜ ਉਹਨਾਂ ਕੋਲ ਉਹ ਤੋਂ 3 ਗੁਣਾ ਜ਼ਿਆਦਾ ਹੈ, ਬੇਸਿਕਲੀ 3 ਗੁਣਾ ਜ਼ਿਆਦਾ ਅੱਜ ਜਿਹੜੀਆਂ ਉਹ ਅੱਜ ਲੈ ਕੇ ਬੈਠੇ ਹੋ ਬਰਕਤ। ਸੋ ਅਸੀਂ ਫਿਰ ਪ੍ਰਭੂ ਦੇ ਵਚਨ ਦੇ ਵਿੱਚ ਅਬਰਾਹਮ ਦੀ ਉਦਾਹਰਨ ਤੋਂ ਬਾਅਦ ਹੁਣ ਅਸੀਂ ਅੱਗੇ ਵਧਣ ਲੱਗੇ ਹਾਂ। ਔਰ ਅਸੀਂ ਦੇਖ ਲਈਆਂ ਸੀਗੀਆਂ ਪਹਿਲੀਆਂ 10 ਆਇਤਾਂ, ਪਹਿਲੀਆਂ 10 ਆਇਤਾਂ ਅਸੀਂ ਦੇਖ ਲਈਆਂ ਸੀਗੀਆਂ। ਹੁਣ ਅਸੀਂ ਅੱਜ 10 ਤੋਂ 12 ਆਇਤ ਜਿਸ ਨੂੰ ਅਸੀਂ ਦੇਖਾਂਗੇ। ਔਰ ਪ੍ਰਭੂ ਦੇ ਵਚਨ 'ਚ ਇਸ ਤਰ੍ਹਾਂ ਲਿਖਿਆ, ਉਹ ਸਭ ਜੋ ਵਿਵਸਥਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ ਸਰਾਪ ਦੇ ਹੇਠ। ਉਹ ਸਭ ਜੋ ਵਿਵਸਥਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ ਸਰਾਪ ਦੇ ਹੇਠ ਹਨ, ਕਿਉਂਕਿ ਧਰਮ ਗ੍ਰੰਥ ਕਹਿੰਦਾ ਹੈ ਜੋ ਕੋਈ ਵਿਵਸਥਾ ਦੀ ਪੁਸਤਕ ਦੇ ਵਿੱਚ ਲਿਖੀ ਹੋਈ ਹਰ ਗੱਲ ਨੂੰ ਪੂਰਾ ਨਹੀਂ ਕਰਦਾ ਉਹ ਸਰਾਪ ਦੇ ਹੇਠ ਹੈ। ਯਾਨੀ ਕਿ ਖੂਚ ਲਟਕਿਓ ਪਰ ਹੱਥ 'ਚ ਫੜੀ ਲਟਕਿਓ ਸੰਗਲ ਦੇ ਨਾਲ, ਤੇ ਕਿੰਨੀਆਂ ਕੜੀਆਂ ਟੁੱਟਣੀਆਂ ਚਾਹੀਦੀਆਂ? ਇੱਕ। ਜੇ 10 ਵੀ ਉਹਨਾਂ ਨੂੰ ਸਿਰਫ 10 ਵੀ ਦਿੱਤੀਆਂ ਪ੍ਰਭੂ ਨੇ ਕਿ ਆਹ 10 ਚੀਜ਼ਾਂ ਤੁਸੀਂ ਮੰਨੋ, ਉਹਨਾਂ ਚੋਂ ਕਿੰਨੀਆਂ ਕੜੀਆਂ ਟੁੱਟਣੀਆਂ ਚਾਹੀਦੀਆਂ? ਇੱਕ। ਤੇ ਖੂਹ ਦੇ ਵਿੱਚ ਇਹ ਚੀਜ਼ ਉਹ ਕਹਿ ਰਹੇ, ਉਹ ਸਾਰੇ ਦੇ ਸਾਰੇ ਸਰਾਫ ਦੇ ਹੇਠ, ਕਿਉਂਕਿ ਵਿਵਸਥਾ ਨੂੰ ਮੰਨ ਕੇ ਕੋਈ ਵੀ ਪੂਰੀ ਕਰਕੇ ਕੋਈ ਵੀ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਨਹੀਂ ਜਾ ਸਕਦਾ। ਖੁਦੀ ਕੋ ਕਰ ਬੁਲੰਦ ਇਤਨਾ, ਉਹ ਕਹਿੰਦੇ ਵੀ ਖੁਦੀ ਨੂੰ ਇੰਨਾ ਬੁਲੰਦ ਕਰ ਦੇ ਕਿ ਜਿਸ ਲਈ ਉਹ ਦਿਨ ਆਏ ਤੇ ਰੱਬ ਤੈਨੂੰ ਪੁੱਛੇ ਦੱਸ ਤੇਰੀ ਰਜ਼ਾ ਕੀ ਆ। ਜਿਸ ਵੇਲੇ ਉਹ ਉਸ ਦੇ ਵਿੱਚ ਬਹੁਤ ਕੁਝ ਛੁਪਿਆ ਹੈ, ਜਿਸ ਲਈ ਅਸੀਂ ਵਿਵਸਥਾ ਨੂੰ ਪੂਰਾ ਕਰ ਰਹੇ ਹੁੰਦੇ, ਅਸੀਂ ਆਪਣੀ ਖੁਦੀ ਨੂੰ ਪ੍ਰਭੂ ਦੇ ਬਰਾਬਰ ਲੈ ਕੇ ਜਾ ਰਹੇ ਹੁੰਦੇ। ਲੇਕਿਨ ਜਿਸ ਵੇਲੇ ਉਸ ਦੀ ਦਇਆ ਆਉਂਦੀ ਹੈ ਤੇ ਉਹ ਸਾਨੂੰ ਅੰਦਰੋਂ 4 ਚਫੇਰਿਓਂ ਪੈਰਾਂ ਚੋਂ ਉੱਪਰੋਂ ਲੈ ਕੇ ਉਤਾਂ ਨੂੰ ਜਾ ਰਿਹਾ ਹੁੰਦਾ। That's the difference। ਇਹ ਫਰਕ। ਇਸ ਕਰਕੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਰਸਤਾ ਮੈਂ ਹੀ ਰਾਹ, ਮੈਂ ਹੀ ਜ਼ਿੰਦਗੀ, ਮੈਂ ਹੀ ਸੱਚ। ਅਰਥਾਤ ਉਹ ਸੱਚਾ ਰਸਤਾ ਜਿਹੜਾ ਜ਼ਿੰਦਗੀ ਵੱਲ ਨੂੰ ਜਾਂਦਾ ਉਹ ਮੈਂ। ਇਸ ਕਰਕੇ ਪ੍ਰਭੂ ਯਿਸੂ ਮਸੀਹ ਨੇ ਪੈਰ ਧੋਤੇ ਸੀ ਕਿ ਉਸਨੇ ਥੱਲਿਓਂ ਪੈਰਾਂ ਤੋਂ ਸ਼ੁਰੂ ਕੀਤਾ ਬੰਦੇ ਨੂੰ ਤਾਣ ਚੁੱਕਣਾ। ਉਹਨੇ ਬਾਲਾਂ ਤੋਂ ਫੜ ਕੇ ਨਹੀਂ ਤਾਣ ਚੁੱਕਿਆ, ਉਹਨੇ ਪੈਰਾਂ ਤੋਂ ਇਨਸਾਨ ਚੁੱਕਣਾ ਸ਼ੁਰੂ ਕੀਤਾ ਔਰ ਉੱਥੋਂ ਚੁੱਕ ਕੇ ਉਸਨੂੰ ਅੱਗੇ ਲੈ ਕੇ ਜਾ ਰਿਹਾ। ਇਹ ਦਇਆ ਆ, ਇਹ ਕਿਰਪਾ ਆ। ਇਹਨੂੰ ਕਹਿੰਦੇ ਦਇਆ ਤੇ ਕਿਰਪਾ। ਇਸ ਕਰਕੇ ਪ੍ਰਭੂ ਦਾ ਵਚਨ ਕਹਿ ਰਿਹਾ, ਕਹਿੰਦਾ ਕਿ ਹਰ ਇਨਸਾਨ ਜੋ ਸਾਰੀ ਨੂੰ ਵਿਵਸਥਾ ਨੂੰ ਪੂਰੀ ਨਹੀਂ ਕਰਦਾ, ਕਿਉਂਕਿ ਉਹ ਸਾਰੀ ਦਿਹਾੜੀ ਉਹਦੇ ਉੱਤੇ ਇੱਕ ਕੁਹਾੜੀ ਆ ਜਿਹੜੀ ਉਹਦੇ ਸਿਰ ਦੇ ਉੱਤੇ ਬਣੀ ਰਹਿੰਦੀ ਹੈ ਔਰ ਇਹੋ ਹੀ ਸੋਚਦਾ ਰਹਿੰਦਾ ਵੀ ਕੋਈ ਚੀਜ਼ ਰਹਿ ਤਾਂ ਨਹੀਂ ਗਈ, ਕੋਈ ਚੀਜ਼ ਰਹਿ ਤਾਂ ਨਹੀਂ ਗਈ। ਧਿਆਨ ਪਰਮੇਸ਼ਰ ਦੇ ਵੱਲ ਨਹੀਂ ਹੁੰਦਾ, ਧਿਆਨ ਉਹ 1 2 3 4 5 6 7 ਗਿਣਨ ਦੇ ਵਿੱਚ ਹੁੰਦਾ
ਪਰ ਉਸਦੇ ਮਨ ਦੇ ਵਿੱਚ ਆਜ਼ਾਦੀ ਨਹੀਂ ਹੁੰਦੀ, ਉਸਦੇ ਮਨ ਦੇ ਵਿੱਚ ਪ੍ਰਭੂ ਦੇ ਨਾਲ ਪਿਆਰ ਨਹੀਂ ਹੁੰਦਾ, ਦਿਲੋਂ ਦਿਲੀ ਉਹ ਪਰਮੇਸ਼ਰ ਨੂੰ ਨਫ਼ਰਤ ਕਰਦਾ ਹੁੰਦਾ। ਅੰਦਰੋਂ ਗਤੀ ਡਰ ਹੁੰਦਾ, ਡਰ ਦੇ ਵਿੱਚੋਂ ਨਫ਼ਰਤ ਪੈਦਾ ਹੁੰਦੀ ਹੈ। ਕਿਉਂਕਿ ਜਿਹੜਾ ਡਰ ਹੁੰਦਾ, ਡਰ ਅਸੀਂ ਉਸ ਤੋਂ ਆ ਜਿਹੜਾ ਸਾਡੇ ਤੋਂ ਤਕੜਾ ਹੈ, ਔਰ ਅਸੀਂ ਹਰੇਕ ਵੇਲੇ ਮੌਕਾ ਲੱਭ ਰਹੇ ਹੁੰਦੇ ਹਾਂ ਕਿ ਕਿਹੜੇ ਵੇਲੇ ਇਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨੂੰ ਥੱਲੇ ਲੈ ਕੇ ਆਈਏ। ਲੇਕਿਨ ਜੇ ਉਹ ਚੀਜ਼ ਹੀ ਮੁੱਕ ਜਾਵੇ, ਖਤਮ ਹੀ ਹੋ ਜਾਵੇ ਉਹ, ਤਾਂ ਫਿਰ ਸ਼ੁਕਰਗੁਜ਼ਾਰੀ ਤੇ ਧੰਨਵਾਦੀ ਵਾਲਾ ਆਤਮਾ ਹੋਏਗਾ ਤੇ ਪਿਆਰ ਵਾਲਾ ਆਤਮਾ ਹੋਏਗਾ। ਔਰ ਇਸ ਕਰਕੇ ਪ੍ਰਭੂ ਨੇ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਦਿਖਾਈਆਂ। ਲੇਕਿਨ ਅੱਗੇ ਜਾ ਕੇ ਇਸ ਨੂੰ ਹੋਰ ਚੰਗੀ ਤਰ੍ਹਾਂ ਖੋਲਾਂਗੇ। ਦੇਖੋ, ਕਹਿੰਦਾ ਇਸ ਤੋਂ ਸਾਫ਼ ਪ੍ਰਗਟ ਹੈ ਕਿ ਕੋਈ ਵਿਵਸਥਾ ਦੇ ਦੁਆਰਾ ਪਰਮੇਸ਼ਰ ਦੇ ਸਾਹਮਣੇ ਉਚਿਤ ਨਹੀਂ ਠਹਿਰਦਾ ਹੈ, ਕਿਉਂਕਿ ਧਰਮ ਗ੍ਰੰਥ ਕਹਿੰਦਾ ਹੈ ਜੋ ਪਰਮੇਸ਼ਰ ਦੇ ਸਾਹਮਣੇ ਉਚਿਤ ਠਹਿਰ ਚੁੱਕਾ ਹੈ ਵਿਸ਼ਵਾਸ ਦੇ ਦੁਆਰਾ ਜੀਵੇਗਾ। ਅੱਗੇ, ਪਰ ਵਿਵਸਥਾ ਅਤੇ ਵਿਸ਼ਵਾਸ ਵਿੱਚ ਆਪਸੀ ਕੋਈ ਸੰਬੰਧ ਨਹੀਂ ਹੈ। ਇਸ ਬਾਰੇ ਧਰਮ ਗ੍ਰੰਥ ਕਹਿੰਦਾ ਹੈ ਜੋ ਕੋਈ ਵਿਵਸਥਾ ਦੀਆਂ ਗੱਲਾਂ ਨੂੰ ਪੂਰਾ ਕਰੇਗਾ ਉਹ ਉਹਨਾਂ ਦੇ ਦੁਆਰਾ ਹੀ ਜੀਵੇਗਾ। ਇਸ ਕਰਕੇ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਇਸ ਕਰਕੇ ਜਦੋਂ ਵੀ ਅਸੀਂ ਉਸ ਵਿਵਸਥਾ ਦੇ ਵਿੱਚ ਕਿਸੇ ਵੀ ਸੈਕਟ ਦੇ ਵਿੱਚ ਬੰਦੇ ਨੂੰ ਫਸਿਆ ਦੇਖਦੇ ਹਾਂ ਨਾ, ਜਿਸ ਵੇਲੇ ਵੀ ਤੁਸੀਂ ਗੱਲ ਕਰੋਗੇ ਪਰਮੇਸ਼ਰ ਦੀ ਜਾਂ ਕਿਸੇ ਹੋਰ ਚੀਜ਼ ਦੀ, ਤਾਂ ਉਹ ਚੀਜ਼ਾਂ ਦੱਸਣਗੇ ਜਿਹੜੀਆਂ ਉਹ ਕਰਦੇ ਪਏ ਆ ਜਾਂ ਉਹ ਜਿਹੜੀਆਂ ਨਹੀਂ ਕਰਦੇ ਪਏ। ਗੱਲ ਉੱਥੇ ਆ ਕੇ ਮੁੱਕੂਗੀ, ਔਰ ਜੋ ਉਹ ਕਰਦੇ ਪਏ ਆ ਉਹਦੇ ਅਨੁਸਾਰ ਉਹ ਤੁਹਾਨੂੰ ਢਾਲਣ ਦੀ ਕੋਸ਼ਿਸ਼ ਕਰਨਗੇ। ਅਸੀਂ ਮਸੀਹ ਦੇ ਵਿੱਚ ਆ ਕੇ ਕੋਈ ਬੁਰਾਈ ਤਾਂ ਨਹੀਂ ਕਰਨੀ ਸ਼ੁਰੂ ਕਰ ਦਿੱਤੀ, ਅਸੀਂ ਉਹ ਕਤਲ ਕਰਨੇ ਤਾਂ ਨਹੀਂ ਸ਼ੁਰੂ ਕਰ ਦਿੱਤੇ ਕਿ ਹੁਣ ਮਸੀਹ ਦੇ ਵਿੱਚ ਆ ਗਏ ਹਾਂ। ਨਹੀਂ, ਮਸੀਹ ਦੇ ਵਿੱਚ ਆ ਕੇ ਹੁਣ ਅਸੀਂ ਜਿਹੜੀ ਆਪਣੀ ਸਾਡੀ ਵਿੱਚ ਅੰਦਰ ਥੋੜੀ ਜਿਹੀ ਉਹ ਜਿਹੜੀ ਚੰਗੀ ਵਿਲ ਸੀਗੀ, ਪ੍ਰਭੂ ਨੇ ਉਹਨੂੰ ਹੋਰ ਤਕੜਾ ਕਰ ਦਿੱਤਾ ਕਿ ਅਸੀਂ ਹੁਣ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਜਿਹੜੀਆਂ ਅਸੀਂ ਕਰਨੀਆਂ ਸਾਡੇ ਲਈ ਨਹੀਂ। ਅਸੀਂ ਪ੍ਰਭੂ ਦੇ ਵਿੱਚ ਜਿੱਥੇ ਮੌਕਾ ਮਿਲਦਾ, ਸਾਨੂੰ ਪ੍ਰਭੂ ਦੇ ਰਸਤੇ ਦਾ ਮਿਲਦਾ, ਅਸੀਂ ਉੱਥੇ ਖੜੇ ਹੁੰਦੇ ਹਾਂ। ਉਹ ਇਹ ਦਿਖਾਉਣ ਦੇ ਲਈ ਨਹੀਂ ਕਿ ਆ ਕੇ ਸਾਰਿਆਂ ਨੂੰ ਦੱਸਣਾ ਕਿ ਅੱਜ ਮੈਂ ਕੀ ਕੀਤਾ, ਨਹੀਂ। ਉਹ ਅੰਦਰ ਦੀ ਆਤਮਾ ਨੂੰ ਖੁਸ਼ੀ ਮਿਲਦੀ ਹੈ। ਉਹ ਕੋਈ 1 2 3 4 5 6 ਨਹੀਂ, ਗਿਣਤੀ ਨਹੀਂ ਹਨ। ਇਸ ਬਿਯੋਂਡ ਕਾਊਂਟਿੰਗ। ਇਹਦੇ ਰਸਤੇ ਜਿਹੜੇ ਗਿਣਤੀ ਤੋਂ ਕਿਤੇ ਅੱਗੇ ਇਹ ਚੀਜ਼ਾਂ ਜਾ ਚੁੱਕੀਆਂ। ਇਸ ਕਰਕੇ ਉਹ ਕਹਿੰਦਾ ਕਿ ਜਿਹੜਾ ਉਸਨੂੰ ਕਰੇ, ਕਿਉਂਕਿ ਉਹ ਤਾਂ ਵਿਚਾਰਾ ਉਹਦੇ ਚ ਹੀ ਬਿਜ਼ੀ ਆ, ਉਹਨੇ ਉਸ ਤੋਂ ਬਾਅਦ ਕਰਨਾ ਕੀ ਹੈ ਹੋਰ, ਉਹ ਤਾਂ ਆਪਣੀਆਂ ਗਿਣਤੀਆਂ ਚ ਹੀ ਬਿਜ਼ੀ ਆ ਤੇ ਉਹ ਤੋਂ ਅੱਗੇ ਉਹ ਕੁਛ ਨਹੀਂ ਕਰ ਸਕਦਾ। ਇਸ ਕਰਕੇ ਉਹ ਕਹਿੰਦਾ ਕਿ ਸਿਰਫ ਉਹਨਾਂ ਦੇ ਦੁਆਰਾ ਹੀ ਜੀਵੇਗਾ, ਉਹਨਾਂ ਦੇ ਆਲੇ ਦੁਆਲੇ ਉਹਦੀ ਜਿਹੜੀ ਜ਼ਿੰਦਗੀ ਘੁੰਮੂਗੀ ਨਾ, ਉਹਨਾਂ ਚੀਜ਼ਾਂ ਦੇ ਆਲੇ ਦੁਆਲੇ ਘੁੰਮੀ ਜਾਏਗੀ। ਉਹ ਇੱਥੇ ਜ਼ਿੰਦਗੀ ਦਾ ਆਨੰਦ ਨਹੀਂ ਲਏਗਾ। ਉਹ ਏਦਾਂ ਦੀ ਆਪਣੇ ਆਲੇ ਦੁਆਲੇ ਏਦਾਂ ਦਾ ਐਟਮੋਸਫੇਅਰ ਨਹੀਂ ਪੈਦਾ ਕਰੇਗਾ ਕਿ ਦੂਸਰਿਆਂ ਨੂੰ ਵੀ ਉਹਦੀ ਜ਼ਿੰਦਗੀ ਤੋਂ ਆਨੰਦ ਮਿਲੇ। ਪਰ ਮਸੀਹ ਨੇ 13ਵੀਂ ਆਇਤ ਦੇਖੋ, ਪਰ ਮਸੀਹ ਨੇ ਸਾਨੂੰ ਵਿਵਸਥਾ ਦੇ ਸਰਾਫ ਤੋਂ ਮੁਕਤ ਕਰ ਦਿੱਤਾ ਹੈ। ਕਿਸ ਤਰ੍ਹਾਂ ਕੀਤਾ ਉਹਨੇ? ਉਸਨੇ ਸਾਡਾ ਉਹ ਸਰਾਫ ਆਪਣੇ ਉੱਤੇ ਲੈ ਲਿਆ, ਕਿਉਂਕਿ ਧਰਮ ਗ੍ਰੰਥ ਕਹਿੰਦਾ ਹੈ ਸਲੀਬ ਤੇ ਚੜਾਇਆ ਜਾਣ ਵਾਲਾ ਹਰ ਕੋਈ ਸਰਾਪੀ ਠਹਿਰਦਾ ਹੈ। ਉਸਨੇ ਇਹ ਸਭ ਇਸ ਤਰ੍ਹਾਂ ਕੀਤਾ ਕਿ ਅਬਰਾਹਮ ਵਾਲੀ ਅਸੀਸ ਯਿਸੂ ਦੇ ਦੁਆਰਾ ਹੋਰਨਾਂ ਕੌਮਾਂ ਨੂੰ ਮਿਲੇ ਅਤੇ ਅਸੀਂ ਵਿਸ਼ਵਾਸ ਦੇ ਦੁਆਰਾ ਪ੍ਰਤਿੱਗਿਆ ਕੀਤੀ ਹੋਈ ਪਵਿੱਤਰ ਆਤਮਾ ਦਾ ਦਾਨ ਪ੍ਰਾਪਤ ਕਰੀਏ। ਇਹਨਾਂ ਲੋਕਾਂ ਦੇ ਵਿੱਚ ਆਓ, ਪਿਆਰਾ ਹਿੱਸਾ, ਦੇਖਣ ਵਾਲਾ ਹਿੱਸਾ ਹੈ। ਦੱਸਦਾ ਜਿਹੜੇ ਪਹੁੰਚਣਾ
ਹਾਂ ਮੇਰੇ ਨਾਲ 22ਵਾਂ ਭਾਗ ਇਸ ਦਾ 22 ਚੈਪਟਰ 22 153 पेज 39 ਤੋਂ ਲੈ ਕੇ ਕੋਈ ਜਾਣਾ 46 ਆਇਤ ਤੱਕ ਇਸ ਦੀ ਪੜ੍ਹੀ। मैं पढ़ देनी पास्टर जी। प्रभु यीशु जैतून पहाड़ उत्ते प्रार्थना करते हैं। यीशु अपनी रीत के अनुसार जैतून पहाड़ उत्ते गए। उन्हां दे चेले भी उन्हां दे पिछे पिछे गए। जदों ਉਹ उस ਥਾਂ ਤੇ ਪਹੁੰਚੇ उन्हां ने अपने चेलियां ਨੂੰ ਕਿਹਾ प्रार्थना करो कि ਤੁਸੀਂ ਪਰਤਾਵੇ ਵਿੱਚ ਨਾ ਪਵੋ। ਯीशु आप थोड़ा ਜਿਹਾ ਅੱਗੇ ਗਏ ਅਤੇ ਗੋਡਿਆਂ ਭਰਨੇ ਹੋ ਕੇ ਪ੍ਰਾਰਥਨਾ ਕਰਨ ਲੱਗੇ। हे पिता जेकर तेरी मर्जी होवे तां ਇਹ ਦੁੱਖਾਂ ਦਾ ਭਰਿਆ ਪਿਆਲਾ ਮੇਰੇ ਤੋਂ ਦੂਰ ਕਰ, ਪਰ ਫਿਰ ਵੀ ਮੇਰੀ ਨਹੀਂ ਤੇਰੀ ਮਰਜ਼ੀ ਪੂਰੀ ਹੋਵੇ। ਉਸ ਵੇਲੇ ਇੱਕ ਸਵਰਗਦੂਤ ਉਹਨਾਂ ਨੂੰ ਦਿਖਾਈ ਦਿੱਤਾ ਜੋ ਉਹਨਾਂ ਨੂੰ ਸਹਾਰਾ ਦੇ ਰਿਹਾ ਸੀ। ਯਿਸੂ ਬਹੁਤ ਦੁਖੀ ਸਨ। ਉਹ ਹੋਰ ਜ਼ਿਆਦਾ ਜੋਸ਼ ਵਿੱਚ ਆ ਕੇ ਪ੍ਰਾਰਥਨਾ ਕਰਨ ਲੱਗੇ। ਉਹਨਾਂ ਦਾ ਮੁੜਕਾ ਲਹੂ ਦੀਆਂ ਬੂੰਦਾਂ ਦੀ ਤਰ੍ਹਾਂ ਜ਼ਮੀਨ ਉੱਤੇ ਡਿੱਗ ਰਿਹਾ ਸੀ। ਪ੍ਰਾਰਥਨਾ ਕਰਨ ਦੇ ਪਿੱਛੋਂ ਯਿਸੂ ਉੱਠੇ ਤੇ ਆਪਣਿਆਂ ਚੇਲਿਆਂ ਕੋਲ ਗਏ, ਪਰ ਉਹਨਾਂ ਨੂੰ ਯਿਸੂ ਨੇ ਦੁੱਖ ਅਤੇ ਥਕਾਵਟ ਦੇ ਨਾਲ ਸੁੱਤਿਆਂ ਹੋਇਆਂ ਦੇਖਿਆ। ਯਿਸੂ ਨੇ ਉਹਨਾਂ ਨੂੰ ਕਿਹਾ, ਸੌਂ ਕਿਉਂ ਰਹੇ ਹੋ? ਉੱਠੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋ। ਆਮੇਨ। ਇੱਥੇ ਦੋ ਚੀਜ਼ਾਂ ਨੋਟ ਕਰਨ ਵਾਲੀਆਂ ਔਰ ਬੜੀ ਬਰੀਕੀ ਦੇ ਨਾਲ, ਕਿਉਂਕਿ ਇਹ ਬਹੁਤ ਸਵਾਲ ਪੁੱਛਦੇ ਆ ਵੀ ਐਵੇਂ ਨਿਕੰਮਾ ਜਿਹਾ ਸਵਾਲ ਹੈ ਕਿ ਯਿਸੂ ਇਹ ਉੱਥੇ ਦੁਆ ਕਿਉਂ ਕਰਦਾ ਪਿਆ ਸੀ ਕਿ ਇਹ ਪਿਆਲਾ ਮੇਰੇ ਤੋਂ ਦੂਰ ਕਰ ਦਿੱਤਾ ਜਾਏ। ਕਿਉਂਕਿ ਇੱਕ ਜਿਸਨੇ ਕਦੀ ਪਾਪ ਦੇਖਿਆ ਨਹੀਂ, ਜਿਸਨੇ ਕਦੀ ਪਾਪ ਜ਼ਿੰਦਗੀ ਦੇ ਵਿੱਚ ਕੀਤਾ ਨਹੀਂ, ਉਸ ਦੇ ਉੱਤੇ ਸਾਰੀ ਹਿਊਮੈਨਿਟੀ ਦਾ ਪਾਪ ਲੱਦਿਆ ਜਾ ਰਿਹਾ। ਪਾਪ ਦੇ ਪਿਆਲੇ ਦੀ ਉਹ ਗੱਲ ਕਰ ਰਹੇ। ਸਲੀਬ ਦਾ ਤਾਂ ਉਹਨਾਂ ਨੂੰ ਪਤਾ ਹੈ, ਉਹ ਤਾਂ ਸ਼ੁਰੂ ਤੋਂ ਦੱਸੀ ਜਾ ਰਹੇ। ਪਿਆਲਾ ਜਿਹੜਾ ਇੱਥੇ ਪੀਤਾ ਹੈ ਉਹ ਪਾਪ ਦਾ ਪੀਤਾ ਸਾਡੇ ਲਈ। ਇੱਥੇ ਪਾਪ ਲੱਦ ਹੋ ਰਿਹਾ, ਇੱਥੇ ਪਾਪ ਲੱਦ ਹੋ ਰਿਹਾ ਔਰ ਫਿਰ ਸਰੀਬੀ ਮੌਤ ਇਸ ਤੋਂ ਬਾਅਦ ਜਿਹੜੀ ਹੋਣੀ। ਔਰ ਜਿਸ ਵੇਲੇ ਉਸ ਪਵਿੱਤਰ ਦੇ ਉੱਤੇ ਪਾਪ ਲੱਦਿਆ ਜਾ ਰਿਹਾ ਤੇ ਉਸ ਦਾ ਖੂਨ ਔਰ ਪਸੀਨਾ ਦੋਨੋਂ ਇੱਕ ਹੁੰਦੇ ਜਾ ਰਹੇ। ਉਸਦੇ ਅੰਦਰ ਜਿਹੜਾ ਉਸਦਾ ਫਟਦਾ ਪਿਆ ਉਸ ਪਾਪ ਦੇ ਨਾਲ। ਔਰ ਇਸ ਕਰਕੇ ਉਹ ਪ੍ਰਭੂ ਨੇ ਇਹ ਚੀਜ਼ ਕਹੀ। ਔਰ ਦੂਸਰੀ ਚੀਜ਼ ਜਿਹੜੀ ਇੱਥੇ ਅਸੀਂ ਦੇਖਦੇ ਪਏ ਹਾਂ, ਇੱਥੇ ਅਸੀਂ ਇੱਕ ਬਾਗ ਦੇਖਦੇ ਪਏ ਹਾਂ। ਜਿਹੜਾ ਅਸੀਂ ਪਾਪ ਕੀਤਾ ਸੀ ਉਹ ਵੀ ਬਾਗ ਦੇ ਵਿੱਚ ਹੀ ਸੀ। ਉਹ ਅਦਨ ਦਾ ਬਾਗ ਸੀ। ਇਹ ਜਿਹੜਾ ਜੈਤੂਨ ਦੇ ਪਹਾੜ ਦਾ ਜਿਹੜਾ ਬਾਗ ਆ, ਉੱਥੇ ਆ ਕੇ ਇਹ ਸਾਰਾ ਪਾਪ ਪ੍ਰਭੂ ਦੇ ਉੱਤੇ ਲੱਦਿਆ ਜਾ ਰਿਹਾ। ਲੇਕਿਨ ਉਹ ਚੇਲਿਆਂ ਨੂੰ ਇਹ ਹੈ ਕਿ ਉੱਠੋ, ਦੁਆ ਕਰੋ ਕਿਤੇ ਤੁਸੀਂ ਪਾਪ ਦੇ ਵਿੱਚ ਨਾ ਪੈ ਜਾਓ, ਤੁਸੀਂ ਪਰਤਾਵੇ ਦੇ ਵਿੱਚ ਨਾ ਪੈ ਜਾਓ। ਪਰ ਉਹ ਥੱਕੇ ਹੋ ਸੀਗੇ ਔਰ ਉਹ ਫਿਰ ਸੌਂ ਗਏ। ਸੋ ਅਸੀਂ ਇੱਥੇ ਦੇਖਦੇ ਪਏ ਹਾਂ ਕਿ ਪਾਪ ਜਿਸ ਲਈ ਪ੍ਰਭੂ ਯਿਸੂ ਮਸੀਹ ਦੇ ਉੱਤੇ ਲੱਦਿਆ ਗਿਆ, ਉਹ ਜਿਹੜਾ ਪਾਪ ਦਾ ਪਿਆਲਾ ਉਹਨਾਂ ਜਿਹੜਾ ਪਿਆਲਾ ਜਿਹੜਾ ਸਾਡੇ ਲਈ ਸੀ ਉਹ ਸਾਨੂੰ ਦੇ ਦਿੱਤਾ। ਜਿਹੜਾ ਉਹ ਪਿਆਲਾ ਤੇ ਜਿਹੜੀ ਰੋਟੀ ਪੈਦਾ ਹੋਈ ਸੀਗੀ, ਜਿਹੜੀ ਅਬਰਾਹਮ ਨੂੰ ਮਿਲੀ ਸੀ, ਉਹ ਤਾਂ ਸਾਨੂੰ ਦੇ ਦਿੱਤੀ। ਹੁਣ ਉਹ ਚੇਲਿਆਂ ਨੂੰ ਰੋਟੀ ਵੀ ਦੇ ਦਿੱਤੀ ਔਰ ਚੇਲਿਆਂ ਨੂੰ ਉਹ ਪਿਆਲਾ ਵੀ ਦੇ ਦਿੱਤਾ ਔਰ ਉਹਨਾਂ ਦਾ ਪੈਰ ਵੀ ਧੋਤੇ ਆ। ਔਰ ਤੁਸੀਂ ਦੇਖੋ ਕਰਨੋਲੋਜੀ ਇਸ ਦੀ ਕਿਸ ਤਰ੍ਹਾਂ ਚੱਲਦੀ ਆ ਰਹੀ ਹੈ। ਔਰ ਉਸ ਤੋਂ ਬਾਅਦ ਉਸ ਬਾਗ ਦੇ ਵਿੱਚ ਗਏ ਆ ਜਿੱਥੇ ਉਹ ਪਿਆਲਾ ਹੁਣ ਉਹਨਾਂ ਨੂੰ ਦਿੱਤਾ ਗਿਆ ਜਿਹੜਾ ਸਾਨੂੰ ਪੀਣਾ ਪੈਣਾ ਸੀ। ਉਹ ਉਸ ਪਿਆਲੇ ਦੀ ਗੱਲ ਕਰਦੇ ਪਏ ਔਰ ਉਹ ਪਾਪ ਸਾਰਾ ਜਿਸ ਲਈ ਲੱਦਿਆ ਗਿਆ ਤੇ ਖੂਨ ਤੇ ਪਸੀਨਾ ਜਿਹੜਾ ਉਹ ਇੱਕ ਹੋ ਗਿਆ। ਔਰ ਉੱਥੋਂ ਪ੍ਰਭੂ ਯਿਸੂ ਮਸੀਹ ਨੂੰ ਫੜ ਲਿਆ ਗਿਆ। ਫਿਰ ਉਸ ਤੋਂ ਬਾਅਦ ਜੋ ਵੀ ਉਹਨਾਂ ਨੇ ਕਰਨਾ ਸੀ ਉਹਨਾਂ ਨੇ ਕੀਤਾ, ਆਪਣੇ ਡਰਾਮੇ ਖੇਲੇ
ਔਰ ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਨੂੰ ਸਲੀਬੀ ਮੌਤ ਦੇ ਦਿੱਤੀ ਗਈ। ਲੇਕਿਨ ਉਸ ਪਾਪ ਦੇ ਪਿਆਲੇ ਨੂੰ ਪੀ ਕੇ ਉਹ ਸਲੀਬ ਦੇ ਉੱਤੇ ਚਲੇ ਗਏ। ਇਸ ਚੀਜ਼ ਦੀ ਗੱਲ ਜਿਸ ਲਈ ਅਸੀਂ ਤੀਸਰੇ ਭਾਗ ਦੇ ਵਿੱਚ ਆਉਂਦੇ ਪਏ ਹਾਂ, ਉਹ ਇਸ ਚੀਜ਼ ਦੀ ਗੱਲ ਕਰਦਾ ਪਿਆ ਸੰਤ ਪੌਲ ਕਿ ਪਰ ਮਸੀਹ ਨੇ ਸਾਨੂੰ ਵਿਵਸਥਾ ਦੇ ਸਰਾਫ ਤੋਂ ਮੁਕਤ ਕਰ ਦਿੱਤਾ ਹੈ। ਉਸਨੇ ਸਾਡਾ ਉਹ ਸਰਾਫ ਆਪਣੇ ਉੱਤੇ ਲੈ ਲਿਆ, ਕਿਉਂਕਿ ਧਰਮ ਗ੍ਰੰਥ ਕਹਿੰਦਾ ਹੈ ਸਲੀਬ ਤੇ ਚੜਾਇਆ ਜਾਣ ਵਾਲਾ ਹਰ ਮਨੁੱਖ ਸਰਾਪੀ ਠਹਿਰੇਗਾ। ਸੋ ਸਾਰੇ ਦਾ ਸਾਰਾ ਸਰਾਫ ਲੈ ਕੇ ਉਸ ਸਲੀਬ ਦੇ ਉੱਤੇ ਹੋ ਗਏ, ਸਰਾਫੀ ਠਹਿਰੇਗਾ। ਉਸਨੇ ਇਹ ਸਭ ਇਸ ਤਰ੍ਹਾਂ ਕੀਤਾ ਕਿ ਅਬਰਾਹਮ ਵਾਲੀ ਅਸੀਸ ਯਿਸੂ ਦੇ ਦੁਆਰਾ ਹੋਰਨਾਂ ਕੌਮਾਂ ਨੂੰ ਵੀ ਮਿਲੇ ਅਤੇ ਅਸੀਂ ਵਿਸ਼ਵਾਸ ਦੇ ਦੁਆਰਾ ਪ੍ਰਤਿਗਿਆ ਦੀ ਕੀਤੀ ਹੋਈ ਪਵਿੱਤਰ ਆਤਮਾ ਦਾ ਦਾਨ ਪ੍ਰਾਪਤ ਕਰੀਏ। ਅਮੇਜ਼ਿੰਗ। ਮਲਕੀਸੇਦਕ ਤੋਂ ਉਸਨੂੰ ਉਹ ਬਲੈਸਿੰਗ ਮਿਲੀ ਸੀਗੀ, ਔਰ ਮਲਕੀਸੇਦਕ ਵਾਲੀ ਉਹ ਜਿਹੜੀ ਬਲੈਸਿੰਗ, ਜਿਹੜੀ ਯਿਸੂ ਵਾਲੀ ਬਲੈਸਿੰਗ ਸੀਗੀ, ਉਹ ਸਾਨੂੰ ਰਾਸਤਬਾਜ਼ੀ ਦਾ ਬਾਪ, ਉਹਦਾ ਮਤਲਬ ਰਾਸਤਬਾਜ਼ੀ ਦਾ ਬਾਪ ਇੱਕੋ ਹੀ ਆ, ਜਿਹੜਾ ਉੱਪਰਲਾ ਸਾਡਾ ਸਵਰਗੀ ਬਾਪ ਆ, ਉਹ ਹੀ। ਮਲਕੀਸੇਦਕ ਤੋਂ ਉਸਨੂੰ ਉਹ ਮਿਲੀ, ਉਹ ਸਾਨੂੰ ਦੇ ਕੇ ਤਾਂ ਉਹ ਆਪ ਸਲੀਬ ਤੇ ਚਲੇ ਗਏ। ਇਸਨੂੰ ਕਹਿੰਦੇ ਕੀਮਤ। ਇਸ ਸਾਰੀਆਂ ਲੀਗਲ ਟਰਮਸ ਪੂਰੀਆਂ ਹੁੰਦੀਆਂ ਪਈਆਂ ਇੱਥੇ। ਜਿੰਨੀਆਂ ਵੀ ਲੀਗਲ ਟਰਮਸ ਅਸੀਂ ਬਣਾਈਆਂ ਆ, ਉਹ ਸਾਰੀਆਂ ਪੂਰੀਆਂ ਹੁੰਦੀਆਂ ਪਈਆਂ। ਇਸ ਨੂੰ ਹੋਰ ਖੋਲ ਕੇ ਅੱਗੇ ਜਾ ਕੇ ਦੇਖਦੇ ਹਾਂ। 15 ਤੋਂ ਲੈ ਕੇ ਜਿਸ ਨੂੰ ਮਿਲ ਜਾਏ ਉਹ ਇਸ ਨੂੰ 20 ਤਾਈਂ ਪੜ੍ਹਦਾ। ਹਾਂਜੀ, ਮੈਂ ਪੜ੍ਹਦੀ ਹਾਂ। ਭਰਾਵੋ, ਮੈਂ ਇੱਕ ਮਨੁੱਖੀ ਉਦਾਹਰਣ ਤੁਹਾਨੂੰ ਦਿੰਦਾ ਹਾਂ। ਇਹ ਦੋਹਾਂ ਆਦਮੀਆਂ ਵਿੱਚ ਹੋਏ ਇੱਕ ਇਕਰਾਰਨਾਮੇ ਦੀ ਤਰ੍ਹਾਂ ਹੈ। ਇਹ ਇਕਰਾਰਨਾਮਾ ਜਦੋਂ ਇੱਕ ਵਾਰੀ ਪੱਕਾ ਹੋ ਜਾਂਦਾ ਹੈ ਤਾਂ ਫਿਰ ਇਸ ਵਿੱਚ ਕੋਈ ਘਾਟਾ ਵਾਧਾ ਨਹੀਂ ਹੋ ਸਕਦਾ ਹੈ। ਇਸੇ ਤਰ੍ਹਾਂ ਪਰਮੇਸ਼ਵਰ ਨੇ ਪ੍ਰਤਿਗਿਆਵਾਂ ਆਬਰਾਹਮ ਅਤੇ ਉਸ ਦੀ ਸੰਤਾਨ ਨਾਲ ਕੀਤੀਆਂ ਸਨ। ਧਰਮ ਗ੍ਰੰਥ ਇੱਥੇ ਇਹ ਨਹੀਂ ਕਹਿੰਦਾ ਹੈ ਅਤੇ ਤੇਰੀ ਸੰਤਾਨਾਂ ਨਾਲ, ਜਿਸ ਦਾ ਅਰਥ ਹੈ ਬਹੁਤ ਲੋਕ, ਬਲਕਿ ਧਰਮ ਗ੍ਰੰਥ ਕਹਿੰਦਾ ਹੈ ਅਤੇ ਤੇਰੀ ਸੰਤਾਨ, ਜਿਸ ਦਾ ਅਰਥ ਹੈ ਇੱਕੋ ਮਨੁੱਖ ਜੋ ਮਸੀਹ ਹੈ। ਮੇਰੇ ਕਹਿਣ ਦਾ ਅਰਥ ਇਹ ਹੈ, ਵਿਵਸਥਾ ਜੋ 430 ਸਾਲ ਪਿੱਛੋਂ ਆਈ, ਪਹਿਲੇ ਹੋਏ ਪਰਮੇਸ਼ਵਰ ਦੇ ਇਕਰਾਰਨਾਮੇ ਨੂੰ ਵਿਅਰਥ ਨਹੀਂ ਕਰ ਸਕਦੀ ਹੈ ਅਤੇ ਨਾ ਹੀ ਉਸ ਦੀ ਦਿੱਤੀ ਪ੍ਰਤਿਗਿਆ ਨੂੰ ਖਤਮ ਕਰ ਸਕਦੀ ਹੈ। ਕਿਉਂਕਿ ਜੇਕਰ ਪਰਮੇਸ਼ਵਰ ਦੀ ਦਾਤ ਵਿਵਸਥਾ ਦੁਆਰਾ ਮਿਲਦੀ ਹੈ ਤਾਂ ਫਿਰ ਪ੍ਰਤਿਗਿਆ ਪੂਰੀ ਨਹੀਂ ਹੋਈ, ਪਰ ਪਰਮੇਸ਼ਵਰ ਨੇ ਅਬਰਾਹਮ ਨੂੰ ਇਹ ਮੁਫਤ ਦਾਤ ਪ੍ਰਤਿਗਿਆ ਦੁਆਰਾ ਹੀ ਦਿੱਤੀ। ਫਿਰ ਵਿਵਸਥਾ ਕਿਉਂ ਦਿੱਤੀ ਗਈ? ਇਹ ਮਨੁੱਖ ਦੇ ਅਪਰਾਧ ਨੂੰ ਪ੍ਰਗਟ ਕਰਨ ਲਈ ਦਿੱਤੀ ਗਈ, ਪਰ ਇਹ ਅਬਰਾਹਮ ਦੀ ਸੰਤਾਨ ਦੇ ਆਉਣ ਤੱਕ ਹੀ ਲਾਗੂ ਰਹਿ ਸਕਦੀ ਸੀ, ਜਿਸ ਦੇ ਨਾਲ ਪਰਮੇਸ਼ਵਰ ਨੇ ਪ੍ਰਤਿਗਿਆ ਕੀਤੀ ਸੀ। ਇਹ ਇੱਕ ਸਵਰਗਦੂਤ ਦੇ ਰਾਹੀਂ ਇੱਕ ਵਿਚੋਲੇ ਦੇ ਹੱਥੀਂ ਦਿੱਤੀ ਗਈ ਸੀ, ਪਰ ਵਿਚੋਲੇ ਦੀ ਲੋੜ ਇੱਕ ਤੋਂ ਵੱਧ ਆਦਮੀਆਂ ਦੇ ਵਿਚਕਾਰ ਹੁੰਦੀ ਹੈ, ਪਰ ਪਰਮੇਸ਼ਵਰ ਤਾਂ ਇੱਕ ਹੀ ਹੈ। ਪਰਮੇਸ਼ਰ ਤਾਂ ਇੱਕ ਹੀ ਹੈ। ਇਹ ਥੋੜਾ ਜਿਹਾ ਇੱਥੇ ਆ ਕੇ ਕਨਫਿਊਜ਼ਿੰਗ ਜਿਹਾ ਹੋ ਜਾਂਦਾ। ਇਸ ਨੂੰ ਆਪਾਂ ਖੋਲ ਕੇ ਦੇਖਦੇ ਹਾਂ। ਜਿਹੜੀ ਸਭ ਤੋਂ ਪਹਿਲਾਂ ਜਿਹੜਾ ਪ੍ਰਭੂ ਨੇ ਅਬਰਾਹਮ ਨੂੰ ਪ੍ਰਤਿਗਿਆ ਦਿੱਤੀ, ਹੁਣ ਇੱਕ ਪ੍ਰਤਿਗਿਆ ਆ, ਦੂਸਰੀ ਵਿਵਸਥਾ ਆ। ਜਿਹੜੀ ਪ੍ਰਭੂ ਨੇ ਪ੍ਰਤਿਗਿਆ ਦਿੱਤੀ ਆ ਉਹ ਪ੍ਰਭੂ ਦੇ ਵਿੱਚ ਤੇ ਅਬਰਾਹਮ ਦੇ ਵਿੱਚ ਸਿੱਧੀ ਸੀ, ਗੱਬੇ ਕੋਈ ਨਹੀਂ ਸੀ। ਮੈਂ ਤੁਹਾਨੂੰ ਜਿੱਦਾਂ ਪਿਕਚਰਾਂ ਘੱਲੀਆਂ ਆ, ਅਗਰ ਤੁਸੀਂ ਉਹਦੇ ਚ ਦੇਖਣਾ ਮੰਗਦੇ ਦੇਖ ਸਕਦੇ ਆ। ਤੁਹਾਡੇ ਫੋਨ ਦੇ ਉੱਤੇ, WhatsApp ਦੇ ਉੱਤੇ ਮੈਂ ਤੁਹਾਨੂੰ ਦਿੱਤੀਆਂ ਘੱਲੀਆਂ। ਉਹਦੇ ਵਿੱਚ ਅਗਰ ਇੱਥੋਂ, ਮੈਨੂੰ ਪਤਾ ਇੱਥੋਂ ਪੁੱਠਾ ਦਿਸਣਾ ਤੁਹਾਨੂੰ, ਕਿ ਜਿਸ ਵੇਲੇ ਅਸੀਂ, ਯਾਨੀ ਕਿ ਤੁਹਾਨੂੰ ਪੁੱਠਾ ਦਿਸਦਾ ਹੋਣਾ ਉਧਰ, ਤੇ ਅਗਰ ਤੁਸੀਂ ਇੱਥੇ ਦੇਖੋ ਤੇ ਇੱਥੇ ਸਿਰਫ ਜਿਹੜਾ ਹੈਗਾ ਆ ਬਾਪ, ਬੇਟਾ, ਪਵਿੱਤਰ ਆਤਮਾ ਤੇ ਅਬਰਾਹਮ, ਦੋ ਜਾਣੇ, ਗੱਬੇ ਕੋਈ। ਪ੍ਰਭੂ ਨੇ ਸਿੱਧੀ ਗੱਲ ਉਹਨਾਂ ਕੀਤੀ, ਸਿੱਧੀ ਵਿਵਸਥਾ ਉਹਦੇ ਨਾਲ ਬੰਨੀ। ਉੱਥੇ ਪ੍ਰਭੂ ਨੇ ਉਸਨੂੰ ਕਿਹਾ ਕਿ ਉਸਨੇ ਪ੍ਰਭੂ ਦੇ ਉੱਤੇ ਭਰੋਸਾ ਕੀਤਾ। ਉਸ ਤੋਂ ਪਹਿਲਾਂ ਬਲੀ ਨਹੀਂ ਹੋਈ, ਉਸ ਤੋਂ ਪਹਿਲਾਂ ਪ੍ਰਭੂ ਨੇ ਬਲੀ ਨਹੀਂ ਮੰਗੀ ਹੋਈ। ਜਿਸ ਵੇਲੇ ਉਸਨੇ ਪ੍ਰਭੂ ਦੇ ਉੱਤੇ ਭਰੋਸਾ ਕੀਤਾ, ਉਸਨੇ ਕਿਹਾ ਕਿ ਹੁਣ ਏਦਾਂ ਕਰ, ਬਲੀ ਲੈ ਕੇ ਆ। ਸੋ ਇੱਕ ਛਤਰਾ, ਇੱਕ ਜੋ ਵੀ ਉਸਨੂੰ ਕਿਹਾ ਉਹ ਲੈ ਕੇ ਆਇਆ। ਉਹਨਾਂ ਨੂੰ ਬਲੀ ਦਿੱਤੀ ਗਈ, ਉਹਨਾਂ ਨੂੰ ਵੱਖਰੇ ਕਰਕੇ ਰੱਖਿਆ ਗਿਆ। ਗੱਬੇ ਖੂਨ ਦੀ ਧਾਰ ਸੀ।
ਔਰ ਉਹ ਖੂਨ ਦੇ ਉੱਤੋਂ ਦੀ ਪ੍ਰਭੂ ਦੀ ਮਿਸਾਲ ਗਈ, ਔਰ ਪ੍ਰਭੂ ਜਿੱਦਾਂ ਜਿੱਦਾਂ ਮਿਸਾਲ ਤੁਰੀ ਜਾਂਦੀ ਹੈ, ਪ੍ਰਭੂ ਉਹਦੇ ਨਾਲ ਆਪਣਾ ਨੇਮ ਬੰਨਦਾ ਤੁਰਿਆ ਜਾਂਦਾ, ਔਰ ਪ੍ਰਭੂ ਨੇ ਉਸ ਨੂੰ ਪੂਰਾ ਕੀਤਾ। ਹੁਣ ਅਸੀਂ ਦੇਖਦੇ ਹਾਂ ਕਿ ਜਿਹੜੀ ਵਿਵਸਥਾ ਮਿਲੀ ਹੈ ਉਹ ਕਿੱਦਾਂ ਮਿਲੀ, ਔਰ ਕਿਉਂ ਵਿਚੋਲਾ ਵਿੱਚ। ਮੇਰੇ ਨਾਲ ਆ ਜਾਓ ਤੁਸੀਂ ਕੂਚ ਦੇ ਵਿੱਚ ਉਸ ਦਾ 19ਵਾਂ ਪਾਠ, ਪੰਨਾ में लिखा ਓਕੇ हाँ जी 106 ठीक है ਵੀਰੇ ਜੀ, थैंक यू। हाँ, ਕੂਚ ਦਾ 19ਵਾਂ ਪਾਠ, ਉਸ ਦੀਆਂ ਅਸੀਂ ਜ਼ਿਆਦਾ ਆਇਤਾਂ ਨਹੀਂ ਪੜਾਂਗੇ, ਥੋੜੀਆਂ ਥੋੜੀਆਂ ਪੜਾਂਗੇ, ਲੇਕਿਨ ਅਗਰ ਤੁਸੀਂ ਪੜ੍ਹਨੀਆਂ ਹੋਣਗੇ ਤੁਸੀਂ ਬਾਅਦ ਆਪ ਸਾਰੀਆਂ ਉਹ ਪੜ੍ਹ ਸਕਦੇ ਆ। ਔਰ ਪ੍ਰਭੂ ਨੇ ਲੋਕਾਂ ਨੂੰ ਕਿਹਾ ਕਿ ਸ਼ੁੱਧ ਹੋਣ। ਜਿਹੜੀਆਂ ਪਹਿਲੀਆਂ ਆਇਤਾਂ ਇਸੇ ਵਾਸਤੇ ਇਹਦੇ ਉੱਤੇ ਹੈ ਕਿ ਸਾਰੇ ਜਾਣੇ ਸ਼ੁੱਧ ਹੋਣ, ਸਾਫ਼ ਰਹਿਣ ਔਰ 3 ਦਿਨ ਤੱਕ ਆਪਣੇ ਆਪ ਨੂੰ ਪਵਿੱਤਰ ਰੱਖਣ। ਔਰ ਉਸ ਤੋਂ ਬਾਅਦ ਸਾਰੇ ਦੇ ਸਾਰੇ ਤੁਸੀਂ ਜਿਹੜਾ ਹੈਗਾ ਉਹ ਪਹਾੜ ਦੇ ਉੱਤੇ ਆਓ। ਔਰ ਉੱਥੇ ਉਸਨੇ ਕਿਹਾ ਸੀਗਾ ਕਿ ਬਾਕੀ ਜਿੱਦਾਂ ਕਿ ਆਲੇ ਦੁਆਲੇ ਘੇਰਾ ਪਾ ਕੇ ਖੜੇ ਹੋ ਜਾਣ, ਲੇਕਿਨ 2 ਜਾਣਿਆਂ ਨੂੰ ਕਿਹਾ ਕਿ ਉਹ ਅੱਗੇ ਆ ਸਕਦੇ ਆ। ਔਰ ਮੂਸਾ ਨੇ ਜਿੱਦਾਂ ਉਹਨਾਂ ਨੇ ਕਿਹਾ ਸੀ, ਮੂਸਾ ਨੇ ਉਸੇ ਤਰ੍ਹਾਂ ਕੀਤਾ। ਹੁਣ ਉਹ ਤੀਜੇ ਦਿਨ ਪ੍ਰਭੂ ਦੇ ਕੋਲ ਉਦਾਂ ਹੀ ਗਏ ਆ। ਅਸੀਂ ਇਸ ਦੀ 16 ਆਇਤ ਤੋਂ ਲੈ ਕੇ ਤਾਂ ਇਸ ਦੀ 25 ਆਇਤ ਤੱਕ ਪੜਾਂਗੇ, ਜਿਸ ਨੂੰ ਮੈਂ ਪੜ੍ਹ ਦਿੰਦਾ ਪਾਸਟਰ ਜੀ। ਤੋ ਠੀਕ ਤੀਜੇ ਦਿਨ ਵੱਡੀ ਗਰਜਣ ਦੀ ਆਵਾਜ਼ ਹੋਈ, ਜਿਸ ਦੇ ਨਾਲ ਹੀ ਬਿਜਲੀਆਂ ਵੀ ਚਮਕੀਆਂ। ਪਹਾੜ ਤੇ ਕਾਲਾ ਬੱਦਲ ਛਾ ਗਿਆ ਅਤੇ ਉੱਥੋਂ ਇੱਕ ਤੇਜ਼ ਬਿਗਲ ਦੀ ਆਵਾਜ਼ ਆਈ, ਜਿਸ ਨੂੰ ਸੁਣ ਕੇ ਡੇਰਿਆਂ ਵਿੱਚ ਲੋਕ ਕੰਬ ਉੱਠੇ। ਫਿਰ ਮੂਸਾ ਨੇ ਲੋਕਾਂ ਨੂੰ ਡੇਰਿਆਂ ਵਿੱਚੋਂ ਬਾਹਰ ਆਉਣ ਲਈ ਕਿਹਾ, ਸੋ ਉਹ ਆ ਕੇ ਪਹਾੜ ਤੇ ਕੋਲ ਬਣੀ ਹੱਦਾਂ ਤੋਂ ਬਾਹਰ ਖੜੇ ਹੋ ਗਏ। ਪਹਾੜ ਤੋਂ ਧੂਆਂ ਉੱਠ ਰਿਹਾ ਸੀ, ਕਿਉਂਕਿ ਪ੍ਰਭੂ ਉੱਥੇ ਅੱਗ ਦੇ ਵਿੱਚ ਹੋ ਕੇ ਉਤਰਿਆ ਸੀ। ਉੱਥੋਂ ਧੂਆਂ ਵੱਡੀ ਭੱਠੀ ਦੇ ਧੂਏ ਵਾਂਗ ਉੱਠ ਰਿਹਾ ਸੀ। ਸਾਰਾ ਪਹਾੜ ਕੰਬ ਰਿਹਾ ਸੀ। ਬਿਗਲ ਦੀ ਆਵਾਜ਼ ਤੇਜ਼ ਹੁੰਦੀ ਜਾ ਰਹੀ ਸੀ ਅਤੇ ਇਸ ਦੇ ਨਾਲ ਮੂਸਾ ਨੇ ਪਰਮੇਸ਼ਰ ਨਾਲ ਗੱਲ ਕੀਤੀ, ਜਿਸ ਦਾ ਉਸਨੇ ਉੱਤਰ ਦਿੱਤਾ। ਤਦ ਪ੍ਰਭੂ ਸੀਨੇ ਪਹਾੜ ਦੀ ਚੋਟੀ ਤੇ ਉਤਰ ਆਇਆ ਸੀ ਅਤੇ ਉਸਨੇ ਮੂਸਾ ਨੂੰ ਪਹਾੜ ਤੇ ਆਉਣ ਲਈ ਕਿਹਾ। ਪ੍ਰਭੂ ਨੇ ਮੂਸਾ ਨੂੰ ਕਿਹਾ, ਜਾ ਕੇ ਲੋਕਾਂ ਨੂੰ ਚੇਤਾਵਨੀ ਦੇ, ਕਿਤੇ ਉਹ ਹੱਦ ਪਾਰ ਕਰਕੇ ਅੱਗੇ ਮੈਨੂੰ ਦੇਖਣ ਨਾ ਆਉਣ। ਇਹ ਹੁਣ ਤੇ ਬਹੁਤ ਸਾਰੇ ਮੌਤ ਦੇ ਮੂੰਹ ਵਿੱਚ ਜਾ ਸਕਦੇ ਹਨ। ਪੁਰੋਹਿਤ ਵੀ ਸ਼ੁੱਧ ਹੋ ਕੇ ਹੀ ਪ੍ਰਭੂ ਦੇ ਨੇੜੇ ਆਉਣ, ਨਹੀਂ ਤਾਂ ਪ੍ਰਭੂ ਉਹਨਾਂ ਦਾ ਵੀ ਨਾਸ਼ ਕਰ ਸਕਦਾ ਹੈ। ਮੂਸਾ ਨੇ ਪ੍ਰਭੂ ਨੂੰ ਉੱਤਰ ਦਿੱਤਾ, ਨਹੀਂ ਪ੍ਰਭੂ ਜੀ, ਲੋਕ ਪਹਾੜ ਤੇ ਨਹੀਂ ਆ ਸਕਦੇ, ਕਿਉਂਕਿ ਅਸੀਂ ਤੁਹਾਡੀ ਆਗਿਆ ਅਨੁਸਾਰ ਪਹਾੜ ਦੇ ਚਾਰੇ ਪਾਸੇ ਹੱਦ ਬੰਨੀ ਹੋਈ ਹੈ। ਤਦ ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਜਾ ਕੇ ਹਾਰੂਨ ਨੂੰ ਆਪਣੇ ਨਾਲ ਇੱਥੇ ਲੈ ਆ, ਪਰ ਪੁਰੋਹਿਤ ਅਤੇ ਲੋਕ ਹੱਦ ਪਾਰ ਨਾ ਕਰਨ, ਨਹੀਂ ਤਾਂ ਮੈਂ ਉਹਨਾਂ ਨੂੰ ਸਜ਼ਾ ਦੇਵਾਂਗਾ। ਸੋ ਮੂਸਾ ਨੇ ਜਾ ਕੇ ਲੋਕਾਂ ਨੂੰ ਇਹ ਸਭ ਦੱਸਿਆ। ਉਸ ਤੋਂ ਬਾਅਦ ਪ੍ਰਭੂ ਨੇ 20ਵਾਂ ਚੈਪਟਰ ਸ਼ੁਰੂ ਹੁੰਦਾ, ਜਿੱਥੇ ਪ੍ਰਭੂ ਨੇ 10 ਹੁਕਮ ਦਿੱਤੇ ਆ। 10 ਹੁਕਮ ਦੇਣ ਤੋਂ ਬਾਅਦ ਪ੍ਰਭੂ ਨੇ ਲੋਕਾਂ ਦਾ ਜਿਹੜਾ ਹੁਣ ਜਵਾਬ ਆਇਆ, ਵਿਵਸਥਾ ਮਿਲ ਗਈ। ਇੱਥੇ ਵਿਵਸਥਾ ਮਿਲ ਗਈ। ਹੁਣ 20ਵੇਂ ਭਾਗ ਦੀ 18 ਆਇਤ ਤੋਂ ਲੈ ਕੇ 21 ਤੱਕ। ਲੋਕਾਂ ਦਾ ਡਰ, 108 ਸਫਾ। ਲੋਕਾਂ ਦਾ ਡਰ। ਪਰ ਜਦੋਂ ਲੋਕਾਂ ਗਰਜਣਾ ਸੁਣੀਆਂ, ਬਿਜਲੀਆਂ ਚਮਕਦੀਆਂ ਦੇਖੀਆਂ ਅਤੇ ਤੇਜ਼ ਬਿਗਲ ਦੀ ਆਵਾਜ਼ ਸੁਣੀ, ਪਹਾੜ ਤੋਂ ਧੂਆਂ ਉੱਠਦਾ ਦੇਖਿਆ, ਤਾਂ ਬਹੁਤ ਡਰ ਗਏ ਅਤੇ ਦੂਰ ਜਾ ਕੇ ਖੜੇ ਹੋ ਗਏ। ਉਹਨਾਂ ਨੇ ਮੂਸਾ ਨੂੰ ਕਿਹਾ, ਸਾਡੇ ਨਾਲ ਤੂੰ ਹੀ ਗੱਲਬਾਤ ਕਰ, ਅਸੀਂ ਮਰ ਜਾਵਾਂਗੇ ਜੇਕਰ ਪਰਮੇਸ਼ਰ ਸਾਡੇ ਨਾਲ ਕਰੇਗਾ। ਮੂਸਾ ਨੇ ਲੋਕਾਂ ਨੂੰ ਕਿਹਾ, ਤੁਸੀਂ ਡਰੋ ਨਾ, ਪਰਮੇਸ਼ਰ ਤੁਹਾਨੂੰ ਕੇਵਲ ਪਰਖਣ ਆਇਆ ਕਿ ਤੁਸੀਂ ਹਮੇਸ਼ਾ ਉਸ ਤੋਂ ਡਰੋ ਅਤੇ ਪਾਪ ਨਾ ਕਰੋ। ਪਰ ਲੋਕ ਦੂਰ ਹੀ ਖੜੇ ਰਹੇ ਅਤੇ ਮੂਸਾ ਘੁੱਪ ਹਨੇਰੇ ਕੋਲ ਗਿਆ, ਜਿੱਥੇ ਪਰਮੇਸ਼ਰ ਸੀ।
ਪਰਮੇਸ਼ਰ ਸੇ। ਸੋ ਇੱਥੇ ਅਸੀਂ ਜਿਹੜੀ ਚੀਜ਼ ਦੇਖਦੇ ਪਏ ਹਾਂ, ਲੋਕਾਂ ਨੇ ਆਪ ਵਿਚੋਲਾ ਚੁਣਿਆ, ਆਪ ਵਿਚੋਲਾ ਚੁਣਿਆ। ਸੋ ਹੁਣ ਕੀ ਸੀਗਾ ਕਿ ਹੁਣ ਇੱਕ ਗੱਬੇ ਵਿਚੋਲਾ ਪੈ ਗਿਆ ਤੇ ਉਧਰੋਂ ਪ੍ਰਭੂ ਦਾ ਬਚਨ ਆ ਰਿਹਾ, ਉਹਨੂੰ ਮਿਲਦਾ ਪਿਆ, ਉਹਨੂੰ ਵਿਵਸਥਾ ਮਿਲੀ ਆ, ਉਹਨੇ ਜਾ ਕੇ ਗਾਂ ਵਿਵਸਥਾ ਦਿੱਤੀ। ਸੋ ਜਿਸ ਵੇਲੇ ਹੁਣ ਅਸੀਂ ਇਸ ਹਿੱਸੇ ਨੂੰ ਜਿਸ ਲਈ ਖੋਲਣਾ, ਇਹ ਦੋ ਚੀਜ਼ਾਂ ਤਾਂ ਸਾਡੇ ਲਈ ਬਿਲਕੁਲ ਪੱਧਰੀਆਂ ਹੋ ਗਈਆਂ ਤੇ ਇਹ ਪ੍ਰਭੂ ਨੇ ਆਪ ਗੱਬੇ ਵਿਚੋਲਾ ਪਿਆ। ਜਿਹੜਾ ਅਬਰਾਹਮ ਦੇ ਨਾਲ ਉਸਨੇ ਗੱਲ ਕੀਤੀ ਉਹ ਡਾਇਰੈਕਟ ਸੀ, 1 to 1। ਔਰ ਅਸੀਂ ਉੱਥੇ ਇਹ ਵੀ ਕਹਿ ਸਕਦੇ ਹਾਂ ਕਿ ਬਾਪ ਨੇ ਗੱਲ ਕੀਤੀ ਹੈ ਕਿ ਬੇਟੇ ਨੇ ਗੱਲ ਕੀਤੀ ਹੈ, doesn't make any difference। ਇਸ ਟ੍ਰਾਇਊਨ ਤਿੰਨੋਂ ਹੀ ਇੱਕ ਜਿਹੜੇ ਉਹਤੇ, ਔਰ ਉਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਕਿ ਕਿਹਨੇ ਗੱਲ ਕੀਤੀ ਹੈ, ਕੌਣ ਅੱਗ ਦੇ ਵਿੱਚ ਉਤਰਿਆ। ਔਰ ਸਾਨੂੰ ਇੰਨਾ ਪੱਕਾ ਪਤਾ ਕਿ ਅੱਗ ਦੇ ਵਿੱਚ ਪ੍ਰਭੂ ਉੱਥੇ ਉਤਰਿਆ ਕਿਉਂਕਿ ਅੱਜ ਵੀ ਉਹ ਪਹਾੜ ਦਾ ਜਿਹੜਾ ਉਤਲਾ ਹਿੱਸਾ ਉਹ ਸਾਰਾ ਕਾਲਾ ਹੈ। ਔਰ ਅੱਜ ਵੀ ਜੇ ਅਗਰ ਤੁਸੀਂ ਉਸ ਪੱਥਰ ਨੂੰ ਤੋੜਦੇ ਆ ਤਾਂ ਗੱਬਿਓਂ ਪੱਥਰ ਉਦਾਂ ਦਾ ਹੀ ਨਿਕਲਦਾ ਜਿੱਦਾਂ ਦੇ ਪੱਥਰ ਥੱਲੇ ਪਏ ਆ, ਲੇਕਿਨ ਉਹ ਜਿਹੜਾ ਹਿੱਸਾ ਸਾਰਾ ਉਹ ਦੂਰੋਂ ਹੀ ਕਾਲਾ ਦਿਸਦਾ ਪਿਆ, ਉਹਨਾਂ ਹਿੱਸਾ ਦੂਰੋਂ ਹੀ ਪਹਾੜ ਦਾ ਵੱਖਰਾ ਦਿਸਦਾ ਪਿਆ। ਜਿੱਦਾਂ ਕਿਸੇ ਨੇ ਕਾਲੀ ਸ਼ਰਟ ਪਾਈ ਹੋਵੇ ਤੇ ਭੂਰੀ ਪੈਂਟ ਪਾਈ ਹੋਵੇ ਤਾਂ ਸ਼ਰਟ ਦਾ ਜਿੱਥੇ ਤੱਕ ਹੈਗੀ ਆ ਉਦਾਂ ਬਿਲਕੁਲ ਉਦਾਂ ਹੀ ਪਹਾੜ ਦਾ ਜਿਹੜਾ ਆਲੇ ਦੁਆਲੇ ਦਾ ਹਿੱਸਾ ਸਾਰਾ ਕਾਲਾ ਦਿਸਦਾ, ਸੜਿਆ ਦਿਸਦਾ। ਸੋ ਸਾਨੂੰ ਪਤਾ ਕਿ ਪ੍ਰਭੂ ਉੱਥੇ ਆਇਆ, ਉਹ ਅੱਗ ਦੇ ਵਿੱਚ ਉਸਦੀ ਹਜ਼ੂਰੀ ਆਈ ਹੈ ਔਰ ਉੱਥੇ ਵਿਵਸਥਾ ਦਿੱਤੀ ਗਈ ਹੈ। ਔਰ ਵਿਵਸਥਾ ਵਿੱਚ ਲੋਕਾਂ ਨੇ ਕਿਹਾ ਕਿ ਤੂੰ ਏਦਾਂ ਕਰ, ਤੂੰ ਜਾ ਕੇ ਸੁਣ ਲਿਆ ਕਰ, ਸਾਨੂੰ ਆ ਕੇ ਦੱਸ ਦਿਆ ਕਰ, ਅਸੀਂ ਕਰ ਲਾਂਗੇ, ਅਸੀਂ ਕਰ ਲਾਂਗੇ। ਬੇਸਿਕਲੀ ਉਹਨਾਂ ਨੇ ਇਹ ਚੀਜ਼ ਕਹੀ। ਇਸ ਕਰਕੇ ਜਿਸ ਲਈ ਅਸੀਂ ਪ੍ਰਭੂ ਦੇ ਇਸ ਵਚਨ ਦੇ ਵਿੱਚ ਆਉਂਦੇ ਆ, ਉਹ ਇਸ ਚੀਜ਼ ਨੂੰ ਖੋਲ ਕੇ ਸਾਡੇ ਨਾਲ ਦੱਸਦੇ ਪਏ ਆ। ਸੰਤ ਪੌਲ ਦੱਸਦਾ ਪਿਆ, ਕਹਿੰਦੇ ਵੀ ਇਹ ਜਿਹੜੀ ਵਿਵਸਥਾ, ਕਹਿੰਦਾ ਭਰਾਵੋ ਮੈਂ ਮਨੁੱਖੀ ਉਦਾਹਰਨ ਤੁਹਾਨੂੰ ਦੇ ਰਿਹਾ ਹਾਂ ਕਿ ਦੋਹਾਂ ਆਦਮੀਆਂ ਵਿੱਚ ਹੋਏ ਇਕਰਾਰਨਾਮੇ ਦੀ ਤਰ੍ਹਾਂ ਹੈ। ਇਹ ਇਕਰਾਰਨਾਮਾ ਜਦੋਂ ਇੱਕ ਵਾਰੀ ਪੱਕਾ ਹੋ ਜਾਂਦਾ ਹੈ ਤਾਂ ਇਸ ਦੇ ਵਿੱਚ ਕੋਈ ਘਾਟਾ ਵਾਧਾ ਨਹੀਂ ਹੋ ਸਕਦਾ। ਇਸੇ ਤਰ੍ਹਾਂ ਪਰਮੇਸ਼ਰ ਦੀ ਪ੍ਰਤਿਗਿਆਵਾਂ ਅਬਰਾਹਮ ਅਤੇ ਉਸਦੀ ਸੰਤਾਨ ਦੇ ਨਾਲ ਕੀਤੀਆਂ ਗਈਆਂ। ਧਰਮ ਗ੍ਰੰਥ ਇੱਥੇ ਇਹ ਨਹੀਂ ਕਹਿੰਦਾ ਹੈ ਕਿ ਤੇਰੀਆਂ ਸੰਤਾਨਾਂ ਦੇ ਨਾਲ, ਜਿਸ ਦਾ ਅਰਥ ਹੈ ਕਿ ਬਹੁਤ ਲੋਕ, ਬਲਕਿ ਧਰਮ ਗ੍ਰੰਥ ਕਹਿੰਦਾ ਹੈ ਤੇਰੀ ਸੰਤਾਨ, ਜਿਸ ਦਾ ਅਰਥ ਹੈ ਇੱਕੋ ਹੀ ਮਨੁੱਖ ਜੋ ਮਸੀਹ ਹੈ। ਸੋ ਇਸ ਕਰਕੇ ਜਿਸ ਲਈ ਅਸੀਂ ਮੱਤੀ ਦੀ ਅੰਜੀਲ ਦੇ ਵਿੱਚ ਲੇਖਾ ਪੜ੍ਹਦੇ ਪਏ ਹਾਂ, ਉਹ ਅਬਰਾਹਮ ਤੋਂ ਸ਼ੁਰੂ ਹੁੰਦਾ ਔਰ ਉਹ ਆ ਕੇ ਯਿਸੂ ਮਸੀਹ ਤੇ ਖਤਮ ਹੋ ਜਾਂਦਾ ਲੇਖਾ। ਇਸ ਕਰਕੇ ਉਹ ਕਹਿ ਰਿਹਾ, ਮੇਰੇ ਕਹਿਣ ਦਾ ਅਰਥ ਇਹ ਹੈ ਕਿ ਵਿਵਸਥਾ 430 ਸਾਲ ਪਿੱਛੋਂ ਆਈ ਪਹਿਲੇ ਹੋਏ ਪਰਮੇਸ਼ਰ ਦੇ ਇਕਰਾਰਨਾਮੇ ਨੂੰ ਵਿਅਰਥ ਨਹੀਂ ਕਰ ਸਕਦੀ ਹੈ ਅਤੇ ਨਾ ਉਸਦੀ ਦਿੱਤੀ ਪ੍ਰਤਿਗਿਆ ਨੂੰ ਖਤਮ ਕਰ ਸਕਦੀ ਹੈ, ਕਿਉਂਕਿ ਜੇਕਰ ਪਰਮੇਸ਼ਰ ਦੀ ਦਾਤ ਵਿਵਸਥਾ ਦੁਆਰਾ ਮਿਲਦੀ ਹੈ ਤਾਂ ਫਿਰ ਪ੍ਰਤਿਗਿਆ ਪੂਰੀ ਨਹੀਂ ਹੋਈ ਹੈ। ਪਰ ਪਰਮੇਸ਼ਰ ਨੇ ਅਬਰਾਹਮ ਨੂੰ ਇਹ ਮੁਫਤ ਦਾਤ ਪ੍ਰਤਿਗਿਆ ਦੁਆਰਾ ਹੀ ਦਿੱਤੀ। ਫਿਰ ਵਿਵਸਥਾ ਕਿਉਂ ਦਿੱਤੀ? ਇਹ ਮਨੁੱਖ ਦੇ ਅਪਰਾਧ ਨੂੰ ਪ੍ਰਗਟ ਕਰਨ ਦੇ ਲਈ ਦਿੱਤੀ, ਪਰ ਅਬਰਾਹਮ ਦੀ ਸੰਤਾਨ ਦੇ ਆਉਣ ਤੱਕ ਹੀ ਇਹ ਲਾਗੂ ਰਹਿ ਸਕਦੀ ਸੀ। ਔਰ ਇਹ ਕਾਹਦੇ ਵਾਸਤੇ ਸੀ? ਤਾਂ ਕਿ ਇਨਸਾਨ ਨੂੰ ਆਪਣਾ ਗੁਨਾਹ ਦਿਸੇ। ਜਿੰਨੀ ਅਸੀਂ ਵਿਵਸਥਾ ਪੜਾਂਗੇ ਉਨਾ ਸਾਨੂੰ ਪਤਾ ਲੱਗੇਗਾ ਕਿ ਅਸੀਂ ਕੀ ਨਹੀਂ ਕਰਦੇ, ਪਰ ਸਾਡੇ ਵਿੱਚ ਕਿਹੜੀ ਘਾਟ ਹੈ, ਤਾਂ ਕਿ ਸਾਡੇ ਦਿਮਾਗ ਦੇ ਉੱਤੇ ਚੀਜ਼ਾਂ ਨਾ ਚੜ ਜਾਣ ਕਿ ਮੈਂ ਪਤਾ ਨਹੀਂ ਕੀ ਬਣ ਗਿਆ। ਇਹ ਵਿਵਸਥਾ ਸਾਨੂੰ ਸਾਡਾ ਗੁਨਾਹ ਦਿਖਾਉਂਦੀ ਹੈ। ਜਿੰਨੀ ਵਾਰੀ ਵੀ ਅਸੀਂ ਵਿਵਸਥਾ ਪੜਾਂਗੇ ਸਾਨੂੰ ਸਾਡਾ ਪਾਪ ਦਿਖਾਏਗੀ। ਔਰ ਇਸ ਕਰਕੇ ਪ੍ਰਭੂ ਦਾ ਵਚਨ ਇਹ ਕਹਿ ਰਿਹਾ ਤੇ ਅਬਰਾਹਮ ਦੀ ਸੰਤਾਨ ਦੇ ਆਉਣ ਤੱਕ ਹੀ ਲਾਗੂ ਰਹਿ ਸਕਦੀ ਸੀ। ਸੋ ਇਸ ਦਾ ਇੱਕ ਟਾਈਮ ਸੀ, ਲਾਗੂ ਰਹਿ ਸਕਦੀ ਸੀ, ਜਿਸ ਦੇ ਨਾਲ ਪਰਮੇਸ਼ਰ ਨੇ ਪ੍ਰਤਿਗਿਆ ਕੀਤੀ ਸੀ ਕਿ ਇਹ ਸਵਰਗਦੂਤ ਦੇ ਰਾਹੀਂ ਇੱਕ ਵਿਚੋਲੇ ਦੇ ਹੱਥੀਂ ਦਿੱਤੀ ਗਈ ਸੀ। ਸੋ ਉਹ ਵਿਚੋਲਾ ਕੌਣ ਸੀਗਾ? ਮੂਸਾ ਦੇ ਰਾਹੀਂ
स्वर्गदूत ने मूसा दे राही उस नूं दित्ती है। दरमियानी सीगा, क्योंकि बंदा दरमियानी सी। जिसलिए ਅਸੀਂ प्रभु ਯਿਸੂ मसीह ਦੇ ਵਿੱਚ ਆਉਂਦੇ ਆ, ਉਹ ਆਪ ਉਸ ਵਿਵਸਥਾ ਜਿਹੜਾ ਸਾਨੂੰ ਕਿਰਪਾ ਤੇ ਦਇਆ ਤੇ ਮੁਕਤੀ ਦੇਣ ਆਇਆ, ਜਿਹੜਾ ਸ਼ੁਭ ਸਮਾਚਾਰ ਸਾਨੂੰ ਮਿਲਿਆ, ਉਹ ਯਿਸੂ ਨੇ ਆਪ ਦਿੱਤਾ। ਕਿਉਂਕਿ ਜਿਸਲੇ ਮੂਸਾ ਜਾ ਕੇ ਲੋਕਾਂ ਨੂੰ ਕਹਿੰਦਾ ਸੀਗਾ, ਤੇ ਮੂਸਾ ਲੋਕਾਂ ਨੂੰ ਇਸ ਤਰ੍ਹਾਂ ਕਹਿੰਦਾ ਸੀ, ਪ੍ਰਭੂ ਪਰਮੇਸ਼ਰ ਨੇ ਕਿਹਾ ਕਿ ਤੂੰ ਕਤਲ ਨਾ ਕਰਨਾ, ਪ੍ਰਭੂ ਪਰਮੇਸ਼ਰ ਨੇ ਕਿਹਾ ਕਿ ਤੂੰ ਚੋਰੀ ਨਾ ਕਰਨਾ, ਪ੍ਰਭੂ ਪਰਮੇਸ਼ਰ ਨੇ ਕਿਹਾ। ਸੋ ਉਸ ਨੂੰ ਐਜ਼ ਅ ਦਰਮਿਆਨੀ ਗੱਲ ਕਰਨੀ ਪੈ ਰਹੀ ਹੈ, ਐਜ਼ ਅ ਮਿਡਲ ਮੈਨ ਗੱਲ ਕਰਨੀ ਪੈ ਰਹੀ ਹੈ। ਉਹ ਕਿਸੇ ਹੱਕ ਦੇ ਨਾਲ ਗੱਲ ਨਹੀਂ ਕਰ ਸਕਦਾ, ਉਹ ਕਿਸੇ ਹੱਕ ਦੇ ਨਾਲ ਗੱਲ ਨਹੀਂ ਕਰ ਸਕਦਾ। ਲੇਕਿਨ ਅਗਰ ਤੁਸੀਂ ਮੇਰੇ ਨਾਲ ਚੈਪਟਰ 29 ਦੇ ਵਿੱਚ ਆ ਜਾਓ, ਇੱਥੋਂ ਅਸੀਂ ਦੋ ਛੋਟੇ ਛੋਟੇ ਹਿੱਸੇ ਪੜਾਂਗੇ। ਮੱਤੀ ਦਾ 6ਵਾਂ ਭਾਗ ਕੱਢੋ। ਹਾਂ ਆ ਜਾਓ, 5ਵੇਂ ਭਾਗ ਦੇ ਵਿੱਚ ਆਉਂਦੇ ਆ। ਇੱਥੇ ਗੁੱਡ। 5ਵਾਂ ਭਾਗ ਉਸ ਦੀ ਕੋਈ 21 ਤੋਂ ਲੈ ਕੇ ਤਾਂ 21 ਤੇ 22 ਆਇਤ ਪੜ੍ਹੇ। ਮੈਂ ਪੜ੍ਹ ਦਿੰਦਾ ਜੀ। ਹਾਂਜੀ, ਪੇਜ ਹੈਗਾ 8। ਹਾਂ। ਤੁਸੀਂ ਸੁਣਿਆ ਹੈ ਕਿ ਪ੍ਰਾਚੀਨ ਕਾਲ ਵਿੱਚ ਸਾਡੇ ਪੁਰਖਿਆਂ ਨੂੰ ਇਸ ਤਰ੍ਹਾਂ ਕਿਹਾ ਗਿਆ ਸੀ, ਕਤਲ ਨਾ ਕਰਨਾ, ਜੋ ਕਤਲ ਕਰੇਗਾ ਉਹ ਅਦਾਲਤ ਦੇ ਵਿੱਚ ਦੋਸ਼ੀ ਠਹਿਰਾਇਆ ਜਾਵੇਗਾ। ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਜੋ ਕੋਈ ਆਪਣੇ ਭਰਾ ਦੇ ਗੁੱਸੇ ਹੋਵੇਗਾ ਉਹ ਅਦਾਲਤ ਵਿੱਚ ਦੋਸ਼ੀ ਠਹਿਰਾਇਆ ਜਾਵੇਗਾ, ਅਤੇ ਜੋ ਆਪਣੇ ਭਰਾ ਨੂੰ ਬੁਰਾ ਭਲਾ ਕਹੇਗਾ ਉਹ ਸਭਾ ਦੁਆਰਾ ਦੋਸ਼ੀ ਠਹਿਰਾਇਆ ਜਾਵੇਗਾ। ਇਸੇ ਤਰ੍ਹਾਂ ਜੋ ਕੋਈ ਆਪਣੇ ਭਰਾ ਨੂੰ ਕਹੇ, ਹੇ ਮੂਰਖ, ਉਹ ਨਰਕ ਕੁੰਡ ਦੇ ਯੋਗ ਹੋਵੇਗਾ। ਸੋ ਇੱਥੇ ਜੇ ਅਸੀਂ ਇਹ ਕਹੀਏ ਕਿ ਦਇਆ ਦੇ ਵਿੱਚ ਆ ਕੇ ਸਾਨੂੰ ਸਾਡਾ ਉਹ ਜਿਹੜੀਆਂ ਪਹਿਲੀਆਂ ਚੀਜ਼ਾਂ ਛੋਟੀਆਂ ਕਰ ਦਿੱਤੀਆਂ ਗਈਆਂ, ਨਹੀਂ। ਪਰ ਫਰਕ ਦੇਖੋ, ਤੁਹਾਨੂੰ ਇਹ ਕਿਹਾ ਗਿਆ ਸੀ, ਤੁਹਾਨੂੰ ਇਹ ਪਤਾ ਲੱਗਾ ਸੀ, ਉਹ ਪੁਰਖ ਕਿਹੜਾ ਪੁਰਖ ਨੇ ਉਹਨਾਂ ਨੂੰ ਇਹ ਚੀਜ਼ਾਂ ਦੱਸੀਆਂ ਸੀ? ਉਹ ਦਰਮਿਆਨੀ ਸੀ, ਮੂਸਾ ਨੇ ਏਦਾਂ ਕਿਹਾ ਸੀ। ਪਰ ਮੈਂ ਤੁਹਾਨੂੰ ਕਹਿਣਾ, ਇੱਕ ਹੱਕ ਆ ਇੱਥੇ। ਮੂਸਾ ਸੁਣ ਕੇ ਕਹਿ ਰਿਹਾ, ਪ੍ਰਭੂ ਯਿਸੂ ਮਸੀਹ ਡਾਇਰੈਕਟ ਸਾਨੂੰ ਕਮੈਂਡਮੈਂਟ ਦੇ ਰਹੇ ਆ। ਇਸੇ ਤਰ੍ਹਾਂ ਹੁਣ 27 ਤੇ 28 ਆਇਤ ਪੜੋ। ਜਿਹਨੂੰ ਮਿਲ ਜਾ ਬਸ ਪੜ੍ਹਦੇ ਚਲੇ ਜਾਓ, ਇੱਕ ਜਣਾ ਫੜ ਲਾ, ਪੜ੍ਹਦੇ ਚਲੇ ਜਾਓ। ਅਸੀਂ 5-7 ਆਇਤਾਂ ਪੜ੍ਹਨੀਆਂ ਏਦਾਂ। ਤੁਸੀਂ ਇਹ ਸੁਣ ਚੁੱਕੇ ਹੋ ਕਿ ਸਾਡੇ ਪੁਰਖਿਆਂ ਨੂੰ ਇਸ ਤਰ੍ਹਾਂ ਕਿਹਾ ਗਿਆ ਸੀ, ਪਰਾਈ ਔਰਤ ਨਾਲ ਸੰਗ ਵਿਚਾਰ ਨਾ ਕਰਨਾ। ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇਕਰ ਕੋਈ ਕਿਸੇ ਔਰਤ ਵੱਲ ਬੁਰੀ ਨਜ਼ਰ ਨਾਲ ਵੇਖਦਾ ਵੀ ਹੈ ਤਾਂ ਉਹ ਆਪਣੇ ਮਨ ਵਿੱਚ ਉਸ ਨਾਲ ਵਿਚਾਰ ਕਰ ਚੁੱਕਾ ਹੈ। ਫਿਰ ਕੀ ਕਹਿ ਰਹੇ ਆ? ਉਸੇ ਤਰ੍ਹਾਂ ਹੀ ਉਹਨਾਂ ਨੂੰ ਕਿਹਾ ਗਿਆ ਸੀ, ਉੱਥੇ ਇੱਕ ਦਰਮਿਆਨੀ। ਪਰ ਯਿਸੂ ਮਸੀਹ ਜਿਸ ਲਈ ਗੱਲ ਕਰ ਰਹੇ ਆ, ਉਹ ਡਾਇਰੈਕਟ ਕਮੈਂਡਮੈਂਟ ਦੇ ਰਹੇ ਆ। ਅਸੀਂ ਜੋ ਉਹਨਾਂ ਨੇ ਕਿਹਾ ਹੈਗਾ ਆਪਾਂ ਉਹਦੇ ਵਿੱਚ ਬਾਅਦ ਚ ਜਾਵਾਂਗੇ, ਲੇਕਿਨ ਜਿਹੜੀ ਅਸੀਂ ਚੀਜ਼ ਇੱਥੇ ਨੋਟ ਕਰਦੇ ਪਏ ਆ ਕਿ ਕਿਸ ਤਰ੍ਹਾਂ ਇੱਕ ਚੀਜ਼ ਜਿਹੜੀ ਮੂਸਾ ਜਿਹੜਾ ਗੱਭੇ ਪਿਆ ਉਹਨੇ ਕੀਤੀ ਆ, ਇੱਕ ਪ੍ਰਭੂ ਯਿਸੂ ਮਸੀਹ ਬਿਲਕੁਲ ਡਾਇਰੈਕਟ ਗੱਲ ਕਰ ਰਹੇ ਆ। ਅੱਛਾ, ਇਸੇ ਤਰ੍ਹਾਂ 31 ਤੇ 32 ਆਇਤ ਕੋਈ ਜਣਾ ਪੜਦਾ। ਤਲਾਕ ਸੰਬੰਧੀ ਸਿੱਖਿਆ। ਇਹ ਵੀ ਕਿਹਾ ਸੀ, ਜੇਕਰ ਕੋਈ ਆਪਣੀ ਪਤਨੀ ਨੂੰ ਛੱਡੇ ਤਾਂ ਉਹ ਉਸ ਨੂੰ ਤਲਾਕ ਪੱਤਰ ਲਿਖ ਕੇ ਦੇਵੇ। ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਜੇਕਰ ਕੋਈ ਆਦਮੀ ਆਪਣੀ ਪਤਨੀ ਨੂੰ ਵਿਚਾਰ ਨੂੰ ਛੱਡ ਕੇ ਕਿਸੇ ਹੋਰ ਕਾਰਨ ਤਲਾਕ ਦਿੰਦਾ ਹੈ ਤਾਂ ਉਹ ਉਸ ਕੋਲੋਂ ਵਿਚਾਰ ਕਰਵਾਉਂਦਾ ਹੈ। ਇਸੇ ਤਰ੍ਹਾਂ ਜੋ ਆਦਮੀ ਉਸ ਤਲਾਕ ਵਾਲੀ ਔਰਤ ਨਾਲ ਵਿਆਹ ਕਰਦਾ ਹੈ, ਉਹ ਵੀ ਵਿਚਾਰ ਕਰਦਾ ਹੈ। ਸੋ ਅਸੀਂ ਕੀ ਦੇਖਦੇ ਪਏ ਹਾਂ? ਪ੍ਰਭੂ ਯਿਸੂ ਮਸੀਹ ਨੇ ਇਸ ਕਮੈਂਡਮੈਂਟ ਨੂੰ ਸਖਤ ਕੀਤਾ ਆ, ਲੇਕਿਨ ਉਹਨਾਂ ਨੇ ਇਹ ਨਹੀਂ ਕਿਹਾ ਕਿ 10 ਸੱਦਾ ਲੋੜ ਮੈਨੂੰ ਪ੍ਰਭੂ ਨੇ ਏਦਾਂ ਕਿਹਾ। ਉਹਨਾਂ ਨੇ ਕਿਹਾ ਮੈਂ ਤੁਹਾਨੂੰ ਕਹਿੰਦਾ।
ਹੁਣ ਤੁਸੀਂ ਆ ਜਾਓ 33 ਤੇ 34। ਤੁਸੀਂ ਇਹ ਵੀ ਸੁਣ ਚੁੱਕੇ ਹੋ ਕਿ ਪਿਛਲੇ ਸਮੇਂ ਵਿੱਚ ਸਾਡੇ ਪੁਰਖਿਆਂ ਨੂੰ ਕਿਹਾ ਗਿਆ ਸੀ, ਝੂਠੀ ਸਹੁੰ ਨਾ ਚੁੱਕਣਾ, ਸਗੋਂ ਆਪਣੀ ਸਹੁੰ ਪ੍ਰਭੂ ਦੇ ਸਾਹਮਣੇ ਪੂਰੀ ਕਰਨਾ। ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਕਦੀ ਵੀ ਸਹੁੰ ਨਾ ਚੁੱਕਣਾ, ਨਾ ਆਕਾਸ਼ ਦੀ, ਕਿਉਂਕਿ ਉਹ ਪਰਮੇਸ਼ਵਰ ਦਾ ਸਿੰਘਾਸਨ ਹੈ, ਨਾ ਹੀ ਧਰਤੀ ਦੀ, ਕਿਉਂਕਿ ਉੱਥੇ ਪਰਮੇਸ਼ਰ ਉਹ ਪੈਰਾਂ ਦੀ ਚੌਕੀ ਹੈ। ਠੀਕ ਹੈ, ਸੋ ਦੇਖੋ ਕਿਦਾਂ ਉੱਥੇ ਇੱਕ ਅਥਾਰਟੀ ਦੇ ਨਾਲ ਪ੍ਰਭੂ ਗੱਲ ਕਰਦੇ ਪਏ, ਇੱਕ ਸਵਰਗੀ ਅਥਾਰਟੀ ਦੇ ਨਾਲ ਗੱਲ ਕਰਦੇ ਪਏ ਆ। ਔਰ ਜਿਸ ਲਈ ਇਹ ਚੀਜ਼ ਕਹਿ ਰਹੇ ਆ, ਜੇ ਅਸੀਂ ਪ੍ਰਭੂ ਯਿਸੂ ਨੂੰ ਵਿਚੋਲਾ ਕਹੀਏ ਵੀ, ਤਾਂ ਉਹ ਜਿਹੜਾ ਵਿਚੋਲਾ ਆ ਉਹ ਉਸ ਤ੍ਰਿਏਕ ਦਾ ਹਿੱਸਾ ਆ। ਵਿਚੋਲਾ ਨਹੀਂ ਗਿਣਿਆ ਜਾਂਦਾ, ਉਹ ਇੱਕ ਗਿਣਿਆ ਜਾਂਦਾ। ਹੁਣ ਦੇਖੋ 38 ਤੇ 39। ਤੁਸੀਂ ਇਹ ਸੁਣ ਚੁੱਕੇ ਹੋ ਕਿ ਪਿਛਲੇ ਸਮੇਂ ਵਿੱਚ ਇਹ ਵੀ ਕਿਹਾ ਗਿਆ ਸੀ, ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ। ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਜੋ ਕੋਈ ਤੁਹਾਡੇ ਨਾਲ ਬੁਰਾ ਵਰਤਾਅ ਕਰਦਾ ਹੈ, ਉਸ ਤੋਂ ਬਦਲਾ ਨਾ ਲਵੋ। ਜੇਕਰ ਕੋਈ ਤੇਰੀ ਸੱਜੀ ਗੱਲ ਤੇ ਚਪੇੜ ਮਾਰੇ ਤਾਂ ਦੂਜੀ ਵੀ ਉਸ ਵੱਲ ਕਰ ਦੇ। ਗੱਲ ਕਰਦੇ। ਸੋ ਮੈਂ ਤੁਹਾਨੂੰ ਕਹਿਣਾ 43 ਤੇ 44 ਆਇਤ। ਤੁਸੀਂ ਇਹ ਵੀ ਸੁਣ ਚੁੱਕੇ ਹੋ ਕਿ ਕਿਹਾ ਗਿਆ ਸੀ, ਆਪਣੇ ਮਿੱਤਰਾਂ ਨਾਲ ਪਿਆਰ ਕਰੋ ਤੇ ਆਪਣੇ ਵੈਰੀਆਂ ਨਾਲ ਵੈਰ। ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਆਪਣੇ ਵੈਰੀਆਂ ਨਾਲ ਪਿਆਰ ਕਰੋ ਤੇ ਆਪਣੇ ਸਤਾਉਣ ਵਾਲਿਆਂ ਲਈ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰੋ। ਹੁਣ ਤੁਸੀਂ ਆ ਜਾਓ ਇਸ ਦੀਆਂ ਅਖੀਰਲੀਆਂ ਆਇਤਾਂ ਜਿਹੜੀਆਂ ਹੈਗੀਆਂ, ਉਹ 7ਵੇਂ ਭਾਗ ਨੂੰ ਛੱਡ ਕੇ ਤੁਸੀਂ 13 ਪੰਨੇ ਤੇ ਆ ਜਾਓ। 7ਵੇਂ ਭਾਗ ਦੀ 28ਵੀਂ ਆਇਤ, ਲਾਸਟ ਆਇਤ ਦੇਖੋ। ਜਦੋਂ ਯਿਸੂ ਆਪਣੀ ਸਿੱਖਿਆਵਾਂ ਖਤਮ ਕਰ ਚੁੱਕੇ ਤਾਂ ਲੋਕੀ ਉਹਨਾਂ ਦੇ ਸਿੱਖਿਆਵਾਂ ਦੇਣ ਦੇ ਢੰਗ ਤੇ ਬਹੁਤ ਹੈਰਾਨ ਹੋਏ। ਉਹ ਲੋਕਾਂ ਦੇ ਧਰਮ ਗ੍ਰੰਥੀਆਂ ਵਾਂਗੂ ਸਿੱਖਿਆ ਨਹੀਂ ਦਿੰਦੇ ਸਨ, ਸਗੋਂ ਪੂਰੇ ਅਧਿਕਾਰ ਨਾਲ ਸਿੱਖਿਆ ਦਿੰਦੇ ਸਨ। ਉਹ ਪੂਰੇ ਅਧਿਕਾਰ ਦੇ ਨਾਲ ਸੀ। ਪ੍ਰਭੂ ਯਿਸੂ ਮਸੀਹ ਨੇ ਇਹ ਸਾਰੀ ਸਿੱਖਿਆ ਦੇ ਵਿੱਚ ਜਿਹੜਾ ਸਾਨੂੰ ਜਿਹੜਾ ਨਿਯਮ ਦਿੱਤਾ ਗਿਆ, ਜਿਹੜੀ ਸਾਡੀ ਵਿਵਸਥਾ ਸਾਨੂੰ ਦਿੱਤੀ ਗਈ ਆ, ਯਿਸੂ ਦੇ ਵਿੱਚ ਜਿਹੜੀ ਮਿਲੀ ਆ, ਉਹ ਚੈਪਟਰ 5, ਚੈਪਟਰ 6, ਚੈਪਟਰ 7 ਦੇ ਵਿੱਚ ਮਿਲੀ ਆ, ਮੱਤੀ ਦੇ ਵਿੱਚ। ਲੇਕਿਨ ਪ੍ਰਭੂ ਨੇ ਪੂਰੇ ਅਧਿਕਾਰ ਦੇ ਨਾਲ ਦਿੱਤੀ ਆ। ਉਹਨਾਂ ਦੇ ਵਿੱਚੋਂ ਕੋਈ ਡਰ ਕੇ ਉੱਥੋਂ ਦੌੜਾ ਨਹੀਂ। ਉੱਥੇ ਲੋਕਾਂ ਦੇ ਇਹਨੂੰ ਸਰਮਨ ਆਫ ਦਾ ਮਾਊਂਟ ਕਿਹਾ ਜਾਂਦਾ। ਉੱਥੇ ਲੋਕ ਆਲੇ ਦੁਆਲੇ, ਉਸ ਪਹਾੜ ਦੇ ਆਲੇ ਦੁਆਲੇ ਲੋਕ ਬੈਠੇ ਹੋ ਔਰ ਸੁਣਦੇ ਪਏ, ਪ੍ਰਭੂ ਦੀਆਂ ਸਿੱਖਿਆਵਾਂ ਨੂੰ ਸੁਣਦੇ ਪਏ। ਔਰ ਜਿਸ ਲਈ ਉਹਨਾਂ ਨੇ ਸਿੱਖਿਆਵਾਂ ਸੁਣੀਆਂ, ਉਹਨਾਂ ਨੇ ਕਿਹਾ ਕਿ that is different। ਕਿਉਂਕਿ ਅੱਜ ਤੱਕ ਚਾਹੇ ਕੋਈ ਹਾਈ ਪ੍ਰੀਸਟ ਆ ਜਿਹੜਾ ਮੂਸਾ ਦੀ ਗੱਦੀ ਤੇ ਬੈਠਾ ਆ, ਜਾਂ ਹਾਰੂਨ ਦੀ ਗੱਦੀ ਤੇ ਬੈਠਾ ਆ, ਚਾਹੇ ਕੋਈ ਧਰਮ ਗ੍ਰੰਥੀ ਹੈ, ਚਾਹੇ ਕੋਈ ਸਦੂਕੀ ਹੈ, ਤੇ ਚਾਹੇ ਕੋਈ ਫਰੀਸੀ, ਉਹ ਸਿੱਖਿਆ ਏਦਾਂ ਨਹੀਂ ਦਿੰਦੇ। ਉਹਨਾਂ ਨੂੰ ਇਹ ਕਹਿਣਾ ਪੈਂਦਾ, ਪ੍ਰਭੂ ਏਦਾਂ ਕਹਿੰਦਾ, ਪ੍ਰਭੂ ਨੇ ਸਾਨੂੰ ਆ ਕਿਹਾ। ਪਰ ਜਿਹੜੀ ਯਿਸੂ ਮਸੀਹ ਨੇ ਸਿੱਖਿਆ ਦਿੱਤੀ, ਉਹ ਡਾਇਰੈਕਟ ਦਿੱਤੀ ਹੈ। ਅਗਰ ਯਿਸੂ ਮਸੀਹ ਨੂੰ ਅਸੀਂ ਕਹਿੰਦੇ ਵੀ ਆ ਕਿ ਉਹ ਦਰਮਿਆਨੀ ਆ, ਤੇ ਉਹ ਦਰਮਿਆਨੀ ਪ੍ਰਭੂ ਦੇ ਸੱਜੇ ਹੱਥ ਉੱਥੇ ਬੈਠਾ। ਮੂਸਾ ਦੀਆਂ ਹੱਡੀਆਂ ਉੱਥੇ ਪਹਾੜਾਂ ਦੇ ਵਿੱਚ ਪਈਆਂ ਆ ਹਾਲੇ, ਉਹ ਪ੍ਰਭੂ ਨੇ ਉਹਦੀਆਂ ਹੱਡੀਆਂ ਛੁਪਾ ਲਈਆਂ ਸੀ, ਨਹੀਂ ਤਾਂ ਅੱਜ ਤੱਕ ਮੰਦਿਰ ਬਣਾ ਕੇ ਉੱਥੇ ਪੂਜਾ ਕਰਦੇ ਹੁੰਦੇ। ਜਿਸ ਲਈ ਅਸੀਂ ਪ੍ਰਭੂ ਦਾ ਇਹ ਵਚਨ ਦੇਖਦੇ ਪਏ ਹਾਂ, ਤੇ ਪ੍ਰਭੂ ਯਿਸੂ ਮਸੀਹ ਨੇ ਪੂਰੇ ਅਧਿਕਾਰ ਦੇ ਨਾਲ ਇਹ ਸਾਰੀਆਂ ਗੱਲਾਂ ਕਰੀਆਂ। ਕਿਸੇ ਨੇ ਜਿਹੜਾ ਵੀ ਸਾਨੂੰ ਦਏਗਾ ਨਾ, ਉਹ ਕਦੀ ਇੰਨੇ ਅਧਿਕਾਰ ਦੇ ਨਾਲ ਗੱਲ ਨਹੀਂ ਕਰੇਗਾ। ਵਿਵਸਥਾ ਇੰਨੇ ਅਧਿਕਾਰ ਨਾਲ ਨਹੀਂ ਦਿੱਤੀ ਜਾਂਦੀ, ਕਿਰਪਾ ਦਿੱਤੀ ਜਾਂਦੀ ਹੈ। ਵਿਵਸਥਾ ਤਾਂ ਸਾਡੇ ਕੋਲ ਪੂਰੀ ਨਹੀਂ ਹੋਈ। ਹੁਣ ਯਿਸੂ ਦੀਆਂ ਚੀਜ਼ਾਂ ਕਿੱਦਾਂ ਪੂਰੀਆਂ ਕਰਾਂਗੇ? ਕਿਉਂਕਿ ਉਸ ਨੇ ਇਸ ਨੂੰ ਪੂਰਾ ਕਰਨ ਦੇ ਲਈ ਸਾਨੂੰ ਤਾਕਤ ਵੀ ਦੇਣੀ, ਉਸਨੇ ਪਵਿੱਤਰ ਆਤਮਾ ਦੇਣੀ। ਉਸਨੇ ਸਾਨੂੰ ਇਹ ਕਰਨ ਦੇ ਲਈ ਨਹੀਂ ਕਿਹਾ, ਉਸਨੇ ਇਹ ਸਾਰੀਆਂ ਚੀਜ਼ਾਂ ਕਰਕੇ ਦਿਖਾਈਆਂ। ਉਸਨੇ ਸਾਰੀਆਂ ਚੀਜ਼ਾਂ ਕਰਕੇ ਦਿਖਾਈਆਂ। ਜੇ ਉਹਨਾਂ ਨੇ ਉਹਦੇ ਇੱਕ ਪਾਸੇ ਥੱਪੜ ਮਾਰਿਆ, ਤਾਂ ਉਸਨੇ ਦੂਜਾ ਵੀ ਪਾਸਾ ਅੱਗੇ ਕਰ ਦਿੱਤਾ। ਜੇ ਉਸਦੇ ਛਾਂਟੇ ਮਾਰੇ ਗਏ, ਤਾਂ ਉਸਨੇ ਇਹੋ ਹੀ ਚੀਜ਼ ਕਹੀ, ਬਾਪ ਇਹਨਾਂ ਨੂੰ ਮਾਫ ਕਰ, ਇਹ ਨਹੀਂ ਜਾਣਦੇ ਇਹ ਕੀ ਕਰਦੇ। ਉਸਨੇ ਇਹ ਸਾਰੀ ਵਿਵਸਥਾ ਪੂਰੀ ਕੀਤੀ ਹੈ, ਔਰ ਸਾਰੀ ਵਿਵਸਥਾ ਪੂਰੀ ਕਰਕੇ ਉਹਦੇ ਵਿੱਚ ਪੂਰੀ ਹੋਈ ਆ,
ਤਾਂ ਫਿਰ ਉਹ ਸਾਡਾ ਪੂਰੀ ਕੁਰਬਾਨੀ ਬਣਿਆ ਉਸ ਤੋਂ ਬਾਅਦ। ਇਸ ਕਰਕੇ ਪ੍ਰਭੂ ਦਾ ਵਚਨ ਜਿਹੜਾ ਸਾਨੂੰ ਇੱਥੇ ਕਹਿੰਦਾ ਪਿਆ, ਜਿਸ ਲਈ ਅਸੀਂ ਤੀਸਰੇ ਭਾਵ ਦੇ ਵਿੱਚ ਆਉਂਦੇ ਹਾਂ, ਉਹ ਇਹ ਕਹਿ ਰਿਹਾ ਕਿ ਵਿਵਸਥਾ ਕਿਉਂ ਦਿੱਤੀ ਗਈ। 19ਵੀਂ ਆਇਤ, ਇਹ ਮਨੁੱਖ ਦੇ ਪਾਪ ਨੂੰ ਅਪਰਾਧ ਨੂੰ ਪ੍ਰਗਟ ਕਰਨ ਦੇ ਲਈ ਦਿੱਤੀ ਗਈ, ਪਰ ਇਹ ਅਬਰਾਹਮ ਦੀ ਸੰਤਾਨ ਦੇ ਆਉਣ ਤੱਕ ਹੀ ਲਾਗੂ ਰਹਿ ਸਕਦੀ ਸੀ, ਅਰਥਾਤ ਯਿਸੂ ਮਸੀਹ, ਜਿਸ ਨਾਲ ਪਰਮੇਸ਼ਰ ਨੇ ਪ੍ਰਤਿੱਗਿਆ ਕੀਤੀ ਸੀ ਕਿ ਜਿਸ ਦੇ ਨਾਲ ਪਰਮੇਸ਼ਰ ਨੇ ਪ੍ਰਤਿੱਗਿਆ ਕੀਤੀ, ਇਹ ਇੱਕ ਸਵਰਗਦੂਤ ਦੇ ਰਾਹੀਂ, ਇੱਕ ਵਿਚੋਲੇ ਦੇ ਰਾਹੀਂ ਦਿੱਤੀ ਗਈ ਸੀ। ਸੋ ਵਿਵਸਥਾ ਦੀ ਗੱਲ ਹੋ ਰਹੀ ਹੈ, ਪਰ ਵਿਚੋਲੇ ਦੀ ਲੋੜ ਇੱਕ ਤੋਂ ਵੱਧ ਆਦਮੀਆਂ ਦੇ ਵਿਚਕਾਰ ਹੁੰਦੀ ਹੈ, ਪਰ ਪਰਮੇਸ਼ਰ ਦਾ ਕੋਈ। ਸੋ ਬਾਪ, ਬੇਟਾ, ਪਵਿੱਤਰ ਆਤਮਾ, ਅਸੀਂ ਉੱਥੇ ਨਾਲ ਖੜੇ ਹਾਂ। ਸਾਨੂੰ ਉਹ ਡਾਇਰੈਕਟ ਦਿੱਤੀ ਗਈ ਹੈ, ਕੋਈ ਮਿਡਲਮੈਨ ਨਹੀਂ ਰੱਖਿਆ ਗਿਆ। ਅਸੀਂ ਸਿਰਫ ਉਸ ਦੇ ਸ਼ੁਭ ਸਮਾਚਾਰ ਸੁਣਾ ਰਹੇ ਹਾਂ। ਅਸੀਂ ਲੋਕਾਂ ਨੂੰ ਵਿਵਸਥਾ ਦਾ ਪ੍ਰਚਾਰ ਨਹੀਂ ਕਰ ਰਹੇ, ਅਸੀਂ ਸ਼ੁਭ ਸਮਾਚਾਰ ਦਾ ਪ੍ਰਚਾਰ ਕਰ ਰਹੇ ਹਾਂ। ਇਹ ਫਰਕ, ਇਹ ਜਿਹੜੀ ਮੇਨ ਚੀਜ਼ ਇੱਥੇ ਦਿਖਾਈ ਗਈ ਹੈ। ਅੱਗੇ ਜਿਹੜਾ ਦਾਸ ਤੇ ਪੁੱਤਰ ਆ, ਇਹ ਬਹੁਤ ਜਿਹੜਾ ਥੋੜਾ ਜਿਹਾ ਇੱਕ ਆਪਣੇ ਆਪ ਚ ਸਬਜੈਕਟ ਹੈ, ਮੈਂ ਇਸਨੂੰ ਛੇੜਨਾ ਨਹੀਂ ਮੰਗਦਾ। ਇਸ ਨੂੰ ਅਸੀਂ ਕੱਲ ਨੂੰ ਖੋਲ ਕੇ ਦੇਖਾਂਗੇ। ਕੱਲ ਨੂੰ ਇਸ ਨੂੰ ਹਾਜਰਾ ਦੇ ਪੁੱਤਰ ਦੇ ਵਿੱਚ ਦੇਖਾਂਗੇ, ਇਸ਼ਮਾਇਲ ਦੇ ਵਿੱਚ ਦੇਖਾਂਗੇ, ਤੇ ਇਜ਼ਹਾਕ ਦੇ ਵਿੱਚ ਚੀਜ਼ਾਂ ਪੂਰੀਆਂ ਹੁੰਦੀਆਂ ਦੇਖਾਂਗੇ। ਔਰ ਉਸ ਦੇ ਨਾਲ ਅਸੀਂ ਫਿਰ ਪ੍ਰਭੂ ਦੇ ਵਿੱਚ ਵਚਨ ਦੇ ਵਿੱਚ ਅੱਗੇ ਵਧਾਂਗੇ। ਲੈਟ ਅਸ ਪ੍ਰੇ। ਪ੍ਰਭੂ ਯਿਸੂ, ਮੈਂ ਤੇਰਾ ਬਹੁਤ ਸ਼ੁਕਰ ਕਰਦਾ ਤੇਰੇ ਇਸ ਪਿਆਰੇ ਵਚਨ ਦੇ ਲਈ। ਕਿੱਡਾ ਵੱਡੀ ਇੱਕ ਖੁਸ਼ਖਬਰੀ ਔਰ ਸ਼ੁਭ ਸਮਾਚਾਰ ਹੈ ਪ੍ਰਭੂ ਜੀ। ਕਿਸੇ ਨੇ ਸਾਡੇ ਲਈ ਵਿਵਸਥਾ ਪੂਰੀ ਕਰ ਦਿੱਤੀ, ਬਲਕਿ ਉਸ ਤੋਂ ਵੀ ਜ਼ਿਆਦਾ ਕੀਤੀ, ਔਰ ਇੱਕ ਪਰਫੈਕਟ ਕੀਮਤ ਸਾਡੇ ਲਈ ਦਿੱਤੀ ਗਈ। ਔਰ ਸਾਡੇ ਪਾਪ ਦਾ ਪਿਆਲਾ ਪੀ ਕੇ ਪ੍ਰਭੂ ਜੀ ਸਰੀਰ ਦੇ ਉੱਤੇ ਉਸਨੇ ਆਪਣੀ ਜਾਨ ਦਿੱਤੀ। ਤੇਰਾ ਅਸੀਂ ਬਹੁਤ ਸ਼ੁਕਰ ਕਰਦੇ ਹਾਂ ਕਿ ਸਾਨੂੰ ਜਿਹੜੀ ਆਜ਼ਾਦੀ ਮਿਲੀ ਆ, ਉਹ ਪ੍ਰਭੂ ਯਿਸੂ ਦੇ ਰਾਹੀਂ। ਪਿਆਰੇ ਪ੍ਰਭੂ, ਤੇਰਾ ਸ਼ੁਕਰ ਕਰਦੇ ਤੇਰੀ ਇਸ ਮਹਾਨ ਦਇਆ ਦੇ ਲਈ ਜੋ ਤੂੰ ਸਾਡੇ ਉੱਤੇ ਕੀਤੀ। ਵਿਵਸਥਾ ਤਾਂ ਮੂਸਾ ਦੇ ਰਾਹੀਂ ਹੋਈ, ਪਰ ਕਿਰਪਾ ਤੇ ਦਇਆ ਯਿਸੂ ਦੇ ਰਾਹੀਂ ਸਾਡੇ ਤੱਕ ਪਹੁੰਚੀ। ਮੇਰੇ ਪਿਆਰੇ ਪ੍ਰਭੂ, ਸਾਡਾ ਦਿਲ ਨਰਮ ਕਰ ਕਿ ਅਸੀਂ ਇਸ ਦਇਆ ਨੂੰ ਸਵੀਕਾਰ ਕਰੀਏ, ਤੇਰੀ ਇਸ ਕਿਰਪਾ ਨੂੰ ਸਵੀਕਾਰ ਕਰੀਏ, ਔਰ ਨਮਰਤਾ ਦੇ ਨਾਲ ਪ੍ਰਭੂ ਜੀ ਇਸ ਨਵੇਂ ਜੀਵਨ ਨੂੰ ਸਵੀਕਾਰ ਕਰੀਏ। ਉਸ ਨਵੇਂ ਜੀਵਨ ਨੂੰ ਪੂਰਨ ਕਰਨ ਦੇ ਲਈ ਪ੍ਰਭੂ ਜੀ ਪਵਿੱਤਰ ਆਤਮਾ ਸਾਨੂੰ ਦਿੱਤਾ ਗਿਆ, ਔਰ ਨਮਰਤਾ ਦੇ ਨਾਲ ਉਸ ਨੂੰ ਸਵੀਕਾਰ ਕਰੀਏ, ਔਰ ਤੇਰੇ ਵਿੱਚ ਅੱਗੇ ਵਧੀ। ਪਿਆਰੇ ਪ੍ਰਭੂ, ਮੇਰੇ ਪਿਆਰੇ ਭੈਣਾਂ ਭਰਾਵਾਂ ਦੀਆਂ ਖੁਦਾਵੰਦ ਸਾਰੀਆਂ ਜ਼ਰੂਰਤਾਂ ਨੂੰ ਤੂੰ ਜਾਣ। ਸਰੀਰ ਦੀਆਂ ਜ਼ਰੂਰਤਾਂ, ਮਨ ਦੀਆਂ ਜ਼ਰੂਰਤਾਂ, ਤਨ ਦੀਆਂ ਜ਼ਰੂਰਤਾਂ ਪ੍ਰਭੂ ਜੀ, ਔਰ ਆਤਮਾ ਦੀਆਂ ਜ਼ਰੂਰਤਾਂ, ਸਾਡੇ ਬੱਚਿਆਂ ਦੀਆਂ ਜ਼ਰੂਰਤਾਂ ਪ੍ਰਭੂ ਜੀ, ਸਾਡੀ ਰੋਜ਼ਮਰਾ ਦੀਆਂ ਜ਼ਿੰਦਗੀ ਦੀਆਂ ਜ਼ਰੂਰਤਾਂ। ਤੇਰਾ ਸ਼ੁਕਰ ਹੈ ਪ੍ਰਭੂ ਜੀ, ਤੂੰ ਮਨ ਦੇ ਲਈ ਸ਼ਾਂਤੀ, ਤਨ ਦੇ ਲਈ ਆਰਾਮ, ਔਰ ਆਤਮਾ ਦੇ ਲਈ ਪ੍ਰਭੂ ਜੀ ਤੂੰ ਸਾਥੀ ਦਿੱਤਾ। ਅਸੀਂ ਕਿਸੇ ਵੀ ਪਾਸਿਓਂ ਅਨਾਥ ਨਹੀਂ, ਹਰ ਪਾਸੇ ਤੋਂ ਤੇਰਾ ਸਾਥ ਸਾਡੇ ਨਾਲ। ਪਿਆਰੇ ਪ੍ਰਭੂ, ਇਹ ਸੱਚਮੁੱਚ ਸਖਤ ਰਸਤਾ ਹੈ, ਔਖਾ ਰਸਤਾ ਹੈ, ਔਰ ਇਸ ਸਵਰਗ ਨੂੰ ਜਾਣ ਵਾਲਾ ਰਸਤਾ ਛੋਟਾ ਆ। ਔਰ ਪ੍ਰਭੂ ਜੀ ਇਹ ਤਾਂ ਨਹੀਂ ਜਾਂਦਾ, ਪਰ ਤੇਰਾ ਸ਼ੁਕਰ ਕਿ ਜਦ ਅਸੀਂ ਆਪਣੇ ਆਪ ਨੂੰ ਤੇਰੀ ਦਇਆ, ਤੇਰੀ ਰਾਖੀ, ਤੇਰੀ ਕਿਰਪਾ ਦੇ ਵਿੱਚ ਛੁਪਾਉਂਦੇ ਹਾਂ, ਤਾਂ ਅਸੀਂ ਚਾਰੇ ਪਾਸਿਓਂ ਛੁਪਾਉਂਦੇ ਹਾਂ। ਪੈਰਾਂ ਦੇ ਵਿੱਚ ਪ੍ਰਭੂ ਜੀ ਅਸੀਂ ਜਦ ਤੇਰਾ ਛੋਟਾ ਰਸਤਾ ਲੈ ਕੇ ਤੁਰਦੇ ਹਾਂ, ਸਵਰਗ ਤੋਂ ਤੇਰੀ ਨਿਗਾਹਬਾਨੀ ਔਰ ਅੰਦਰ ਪਵਿੱਤਰ ਆਤਮਾ ਤੋਂ ਪ੍ਰਭੂ ਜੀ ਅਸੀਂ ਹਲਕੇ ਹੋ ਜਾਂਦੇ ਹਾਂ। ਫਿਰ ਤੂੰ ਆਪਣੇ ਹੱਥ ਤੇ ਰੱਖ ਕੇ ਸਾਨੂੰ
ਪ੍ਰਭੂ ਜੀ ਲੈ ਕੇ ਜਾ। ਪਿਆਰੇ ਪ੍ਰਭੂ ਸਾਡੇ ਤੇ ਰਹਿਮ ਕਰੀ, ਦਇਆ ਕਰੀ ਕਿ ਅਸੀਂ ਇਸ ਤੋਂ ਇੱਧਰ ਉੱਧਰ ਨਾ ਭਟਕੀਏ ਔਰ ਤੇਰੇ ਵਿੱਚ ਬਣ ਕੇ ਚੱਲਦੇ ਰਹੀਏ। ਹੁਣ ਤੋਂ ਲੈ ਕੇ ਜਦ ਤੱਕ ਅਸੀਂ ਦੁਆਰਾ ਮਿਲੀਏ, ਤੇਰੀ ਹਜ਼ੂਰੀ ਸਾਡੇ ਸਭ ਦੇ ਨਾਲ ਬਣੀ ਰਹੇ। ਤੇਰੀ ਕਿਰਪਾ, ਤੇਰੀ ਸ਼ਾਂਤੀ ਸਾਨੂੰ ਸਭ ਨੂੰ ਮਿਲੇ। ਤੇਰਾ ਆਰਾਮ ਜੋ ਤੂੰ ਸਾਨੂੰ ਬਖਸ਼ਿਆ ਪ੍ਰਭੂ ਜੀ, ਉਹ ਸਾਡੇ ਨਾਲ ਸਭ ਨੂੰ ਮਿੱਠੀ ਪਿਆਰੀ ਨੀਂਦ ਦੇਣਾ ਔਰ ਸੁਬਾਹ ਦੇ ਲਈ ਤਾਕਤ ਦੇਣਾ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਚ ਬਲੈਸ ਯੂ। ਕੱਲ ਨੂੰ ਸੇਮ ਟਾਈਮ ਮਿਲਾਂਗੇ ਔਰ ਕੱਲ ਨੂੰ ਆਪਾਂ ਇਸ ਚੈਪਟਰ ਨੂੰ ਖਤਮ ਕਰਾਂਗੇ। ਖੁਦਾਵੰਦ ਤੁਹਾਡੇ ਸਭ ਦੇ ਨਾਲ